वाहिगुरु जी का खालसा, वाहिगुरु जी की फतेह। सारी साध संगत नूं इस गुरु नानक जी फुलवाड़ी दे विच जी आयां नूं वेलकम। ते जिस तरीके दे नाल लड़ी वांग संगत आपस विच इह गुरबाणी दे अथाह समुंदर दे विचों कोई ना कोई चीज़ कढ के समझण दी कोशिश कर रहे हाँ। अज साडे वीर वड्डे वीर डॉक्टर भट्टी साहब ਉਹ ਸਾਡੇ ਨਾਲ ਸਾਂਝ ਕਰਨਗੇ ਕਿਸ ਤਰੀਕੇ ਦੇ ਨਾਲ ਪ੍ਰੋਸੈਸ ਰਾਹੀਂ, ਸਮਝ ਰਾਹੀਂ, ਬੂਝ ਰਾਹੀਂ, ਗਿਆਨ ਰਾਹੀਂ ਅਸੀਂ ਉਸ ਪਰਮਾਤਮਾ ਦੇ ਉਸ ਦੁਆਰ ਤੱਕ, ਜਿਹੜਾ 10ਵਾਂ ਦੁਆਰ ਜਿਹਨੂੰ ਕਹਿੰਦੇ ਹਨ, ਉਹਨੂੰ ਕਿਸ ਤਰ੍ਹਾਂ ਖੋਲਾਂਗੇ ਔਰ ਕਿਸ ਤਰ੍ਹਾਂ ਸਮਝਾਂਗੇ ਔਰ ਸ਼ੁਰੂਆਤ ਕਰਨਗੇ ਕਿਵ ਸਚਿਆਰਾ ਹੋਈਏ, ਕਿਵ ਕੂੜਾ ਟੁੱਟੇ ਪਾਰ। ਤੇ ਓਵਰ ਟੂ ਯੂ, ਵੈਲਕਮ ਪਹਿਲੇ ਤੇ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਰਨਜੀਤ ਦੇ ਹੁਕਮ ਨਾਲ ਜਿਹੜਾ ਟੌਪਿਕ ਮੈਨੂੰ ਮਿਲਿਆ ਬਹੁਤ ਹੀ ਡੀਪ ਹੈਗਾ, ਤੇ ਉਮੀਦ ਹੈ ਕਿ ਤੁਸੀਂ ਵੀ ਓਨੀ ਆਪਣੀ ਪਰਸੈਪਸ਼ਨ ਨੂੰ ਤਿਆਰ ਰੱਖੋਗੇ ਤਾਂ ਕਿ ਤੁਹਾਡੀ ਵੀ ਸਮਝ ਆ ਜਾਏ। ਤੋ ਦੂਜਾ ਮੈਂ ਥੈਂਕਸ ਕਰਨਾ ਚਾਹਾਂਗਾ ਭੈਣ ਜੀ ਮਨਦੀਪ ਕੌਰ ਨੂੰ ਕਿ ਉਹਨਾਂ ਨੇ ਮੇਰੇ ਤੋਂ ਪਹਿਲੇ ਜਿਹੜਾ ਸੈਸ਼ਨ ਲਿਆ ਉਹਨਾਂ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਕਲੀਅਰ ਕਰਤਾ ਜੋ ਮੈਂ ਬੋਲਣਾ ਚਾਹੁੰਦਾ ਸੀ। ਉਹਨਾਂ ਨੇ ਮੈਨੂੰ ਇੱਕ ਕਿਸਮ ਦਾ ਪ੍ਰੇਰਨਾ ਦਿੱਤੀ ਹੈ ਤੇ ਤਾਂ ਕਿ ਮੈਂ ਉਹਨਾਂ ਦੇ ਉਸੇ ਰਸਤੇ ਤੇ ਚੱਲ ਕੇ ਹੋਰ ਡੀਪ ਜਾ ਸਕਾਂ। ਤੋ ਇਸ ਨੂੰ ਸ਼ੁਰੂ ਕਰਦੇ ਹੋਏ ਮੈਂ ਇੱਕ ਗੱਲ ਇਹ ਕਹਾਂਗਾ ਕਿ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਮੈਨੂੰ ਲਾਇਕ ਸਮਝਿਆ ਕਿ ਮੈਂ ਇਸ ਕਾਬਲ ਹੈਗਾ ਤੁਹਾਡੇ ਸਾਹਮਣੇ ਕੁਝ ਸ਼ੇਅਰ ਕਰ ਸਕਦਾ। ਅੱਜ ਦੀ ਜਿਹੜੀ ਕਿਵ ਸਚਿਆਰਾ ਹੋਵੇ ਕਿਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਜਿਹੜਾ ਵਿਸ਼ੇ ਹੈਗਾ ਬਹੁਤ ਹੀ ਡੂੰਘਾ, ਬਹੁਤ ਹੀ ਗੰਭੀਰ ਔਰ ਇਹ ਸਾਰੀ ਬਾਣੀ ਦਾ ਕਰਕਸ ਹੈ, ਬਾਣੀ ਦਾ ਨਿਚੋੜ ਹੈ, ਬਾਣੀ ਦਾ ਕਨਕਲੂਜਨ ਹੈ। ਬਾਣੀ ਸ਼ੁਰੂ ਹੁੰਦੀ ਇੱਕ ਤੋਂ ਔਰ ਇੱਕ ਹੀ ਹੋਣਾ ਸਚਿਆਰ ਹੈ ਔਰ ਸਚਿਆਰ ਤੋਂ ਹੁੰਦੀ ਹੋਈ ਅੰਤ ਵਿੱਚ 1430 ਅੰਗ ਤੇ ਜਿਹੜੀ ਗੱਲ ਲਿਖੀ ਹੋਈ ਹੈ, ਥਾਲ ਵਿੱਚ 3 ਵਸਤੂ ਪਈਆਂ, ਸਤ ਸੰਤੋਖ ਵਿਚਾਰ। ਕਹਿਣ ਦਾ ਮੇਰਾ ਭਾਵ ਹੈਗਾ ਕਿ ਸੱਚ ਤੋਂ ਸ਼ੁਰੂ ਹੁੰਦੀ ਹੈ ਔਰ ਸੱਤ ਤੇ ਖਤਮ ਹੁੰਦੀ ਹੈ। ਇਹ ਦੋਨਾਂ ਦਾ ਸਾਨੂੰ ਡਿਫਰੈਂਸ ਸਮਝਣ ਦੀ ਜ਼ਰੂਰਤ ਹੈਗੀ ਹੈ ਔਰ ਜਿਵੇਂ ਆਪਾਂ ਇਹਨੂੰ ਗੱਲ ਨੂੰ ਸਮਝ ਲਾਂਗੇ ਤਾਂ ਬਹੁਤ ਕੁਝ ਚੀਜ਼ਾਂ ਸਾਨੂੰ ਸਮਝ ਆ ਜਾਣਗੀਆਂ। ਤੋ ਜਿਹੜਾ ਮੇਰਾ ਵਿਸ਼ੇ ਹੈਗਾ, ਇਸ ਨੂੰ ਕਿਸ ਤਰ੍ਹਾਂ ਆਪਾਂ ਜਿਵੇਂ ਬਾਣੀ ਦੇ ਬਾਰੇ ਕਹਿੰਦੇ ਨੇ ਪੜ੍ਹੀਏ ਨਹੀਂ ਬੂਝੀਏ ਭੇਦ ਪਾਵਣਾ, ਤਾਂ ਇਸ ਚੀਜ਼ ਨੂੰ ਅਸੀਂ ਕਿਵੇਂ ਫੀਲ ਕਰਨਾ, ਕਿਵੇਂ ਅਨੁਭਵ ਕਰਨਾ, ਕਿਵੇਂ ਕਨਸੀਵ ਕਰਨਾ, ਕਿਵੇਂ ਰਿਸੀਵ ਕਰਨਾ, ਕਿਵੇਂ ਪਰਸੀਵ ਕਰਨਾ, ਇਹ ਸਾਰੀਆਂ ਚੀਜ਼ਾਂ ਤਾਂ ਹੀ ਹੋਣਗੀਆਂ ਜੇ ਜਿਹੜੀ ਚੀਜ਼ ਬਾਣੀ ਦੇ ਬਾਰੇ ਅਸੀਂ ਕਹਿੰਦੇ ਹਾਂ ਉਹਨੂੰ ਅਸੀਂ ਫੀਲ ਕਰਨਾ ਸ਼ੁਰੂ ਕਰੀਏ। ਤੇ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਪਰਮਾਤਮਾ ਦੇ ਬਾਰੇ ਨਾ ਆਪਾਂ 3 ਸਟੇਜਾਂ 'ਚ ਇਹਨੂੰ ਜਾਣਨ ਦੀ ਕੋਸ਼ਿਸ਼ ਕਰੀਏ ਨਾ, ਫਿਰ ਜ਼ਿਆਦਾ ਛੇਤੀ ਇਹਨੂੰ ਸਮਝ ਪਾਵਾਂਗੇ। ਜਿਵੇਂ ਗੁਰੂ ਨਾਨਕ ਜੀ ਬਾਰੇ ਇੱਕ ਗੱਲ ਕਹੀ ਗਈ ਹੈ ਕਿ ਭਾਈ ਗੁਰਦਾਸ ਨੇ ਜਿਹੜੀ ਗੱਲ ਕਹੀ ਹੈ, ਵਾਹਿਗੁਰੂ ਗੁਰੂ ਮੰਤਰ ਹੈ ਜਪ ਹਉਮੈ ਖੋਈ। ਇੱਥੋਂ ਤੱਕ ਤਾਂ ਗੱਲ ਠੀਕ ਹੈ, ਇੰਨੀ ਗੱਲ ਮੰਨਣਾ ਕੋਈ ਬੁਰੀ ਗੱਲ ਨਹੀਂ ਹੈਗੀ, ਪਰ ਉਹਨਾਂ ਨੇ ਨਾਲ ਦੂਜੀ ਗੱਲ ਵੀ ਕਹੀ ਹੈ ਗੁਰੂ ਨਾਨਕ ਜੀ ਬਾਰੇ। ਉਹ ਇਹ ਗੱਲ ਕਹੀ ਹੈ ਕਿ ਪਹਿਲੋਂ ਪਾਇਆ ਬਾਬੇ ਬਖਸ਼ ਦਰ, ਫਿਰ ਕੀਤੀ ਘੋਲ ਕਮਾਈ। ਤੇ ਮੇਰਾ ਜਿਹੜਾ ਵਿਸ਼ੇ ਸਟਾਰਟ ਹੀ ਇੱਥੋਂ ਹੁੰਦਾ ਕਿ ਕਿਵੇਂ ਬਖਸ਼ ਦਰ ਅਸੀਂ ਨਹੀਂ ਪਾਈਏ ਤੇ ਫਿਰ ਘੋਲ ਕਮਾਈ ਕਰੀਏ। ਤਾਂ ਮੈਂ ਕੋਈ ਆਊਟ ਆਫ ਬਾਣੀ ਤੋਂ ਨਹੀਂ ਬੋਲਾਂਗਾ, ਹੋਏਗਾ ਸਾਰਾ ਕੁਝ ਬਾਣੀ ਵਿੱਚ, ਪਰ ਉੱਪਰੋਂ ਥੱਲੇ ਆਉਣ ਦੀ ਟਰਾਈ ਹੋਏਗੀ ਮੇਰੀ। ਤੋ ਇਸ ਨੂੰ ਸਮਝਣ। ਹਾਂਜੀ ਸੌਰੀ, ਇਹ ਜਿਹੜਾ ਤੁਹਾਡਾ ਸਕਰੀਨ ਹੈ ਉਹ ਬਹੁਤ ਹਿੱਲ ਰਹੀ ਹੈ, ਤੁਸੀਂ ਜਿਵੇਂ ਕਿਤੇ ਇੱਕ ਜਗ੍ਹਾ ਟਿਕ ਸਕਦੇ ਹੋ, ਹਿੱਲੇ ਨਾ। ਮੈਂ ਹੱਥ ਨਾਲ ਹੀ ਫੜੀ ਹੋਈ ਹੈ, ਬਸ ਮੈਂ ਹੁਣ ਥੋੜਾ ਜਿਹਾ ਹੋਰ ਟਿਕਾ ਲਾਂਗਾ, ਡੋਂਟ ਵਰੀ। ਠੀਕ ਹੈ ਨਾ? ਠੀਕ ਹੈ ਜੀ, ਸੌਰੀ। ਹਾਂ, ਕੋਈ ਸਟੈਂਡ ਹੈ ਨਹੀਂ ਗਾ ਤੇ ਮੈਂ ਇਸਨੂੰ ਹੱਥ ਨਾਲ ਫੜਿਆ। ਚਲੋ ਐਨੀ ਹੋ। ਤੋ ਸਭ ਤੋਂ ਪਹਿਲਾਂ ਇਹ 3 ਚੀਜ਼ਾਂ ਅਲੱਗ-ਅਲੱਗ ਨੇ, ਇਹਨੂੰ ਸਮਝਣ ਦੀ ਜ਼ਰੂਰਤ ਹੈ। ਹੁਣ ਅਸੀਂ ਸਚਾਰ ਹੋਣ ਦੀ ਗੱਲ ਕਰਦੇ ਹਾਂ ਤਾਂ ਸਚਾਰ ਤੋਂ ਵੀ ਉੱਪਰ ਜਿਹੜੀ ਚੀਜ਼ ਹੈ ਉਹਨੂੰ ਸੱਤ ਬੋਲਦੇ ਨੇ, ਉਸੇ ਨੂੰ ਵਾਹਿਗੁਰੂ ਬੋਲਦੇ ਨੇ। ਜਿਹੜੇ ਸਾਨੂੰ ਉਹ ਸਮਝ ਆ ਗਈ, ਸਚਾਰ ਹੋਣਾ ਵੀ ਸਾਡੇ ਵਾਸਤੇ ਫਿਰ ਮੁਸ਼ਕਿਲ ਨਹੀਂ ਲੱਗਦਾ। ਤਾਂ ਮੈਂ ਸਭ ਤੋਂ ਪਹਿਲਾਂ ਸ਼ਬਦ ਬੋਲ ਕੇ ਅੱਗੇ ਚੱਲਣ ਦੀ ਕੋਸ਼ਿਸ਼ ਕਰਾਂਗਾ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਗੱਲ ਕਹੀ ਹੈ, ਆਦ ਅੰਤ ਏਕੋ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਇੱਥੇ ਗੁਰੂ ਗੋਬਿੰਦ ਸਿੰਘ ਜੀ ਸ਼ਬਦ ਬਾਰੇ ਬੋਲ ਰਹੇ ਨੇ, ਜਿਹੜੇ ਅੱਖਰ ਵਿੱਚ ਨੇ ਉਹਨਾਂ ਦਾ ਆਦ ਅੰਤ ਹੈ। ਕਿਉਂਕਿ ਅੱਖਰ ਜਿਹੜੇ ਨੇ, ਜਿਵੇਂ ਅਸੀਂ ਸਚਾਰ ਪਾਸੇ ਜਾਵਾਂਗੇ ਤੇ ਵਾਹਿਗੁਰੂ ਦੀ ਹੋਰ ਡੈਪਥ ਨੂੰ ਸਮਝਾਂਗੇ, ਇਹ ਅੱਖਰ ਤਾਂ ਖਿਰ ਜਾਂਦੇ ਨੇ। ਜਿਵੇਂ ਕਬੀਰ ਜੀ ਨੇ ਕਿਹਾ ਹੈਗਾ, ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਸਮੇ ਨਹੀਂ।
तो अज तुहानू थोड़ा जिहा वो अखर जिहड़े हैगे ने, जिथे कोई भाषा नहीं, जिथे कोई बोली नहीं, जिथे कोई अखर नहीं, निअखरे वाली जगह नू किवें समझना है, ये थोड़ा जिहा तुहाडे वास्ते लगेगा तो मुश्किल, पर इन्ना मुश्किल भी नहीं कि असीं उहनू समझ नहीं सकते। तो जिथे असीं उस अवस्था ते जाना जिथे कोई अखर ही नहीं है, तो उस अखर वाली अखर लैस वाली अवस्था नू समझण वास्ते एक गल तुहानू मैं उदाहरण के तौर पर दसना चाहना कि महाराजा रणजीत सिंह ने जिले अटक दरिया क्रॉस करना सी, तो अपनी हिम्मत नाल, विश्वास नाल और वाहिगुरू जी की कृपा नाल वो लंघ गए। तो वो अटक जिहड़ा दरिया हैगा, उससे जिहड़ा अज दी दुनिया दे विच जिहड़ा अटक दरिया जिथे असीं अटके होए हां, इस अटकाव नूं किवें दूर होना है, जिहनूं असीं भवसागर बोलदे हां। तो उस तो पार जाण वास्ते सानूं अखरां तो भी पार जाना पैंदा ते विकारां तो, विचारां तो और नाल दी नाल आकारां तो भी पार जाना पैंदा, फिर जाके गल्लां समझ आनियां शुरू होंदियां ने। तो इस करके बाणी दे विच जिहड़ी लगा मात्रा ने, मैं उनके बारे ज़्यादा ध्यान ना देंदा होया तुहानूं असली गल ते ले जाना चाहांगा। तो इस करके कोई भी मेरे तो गलती हो गई होवे तो उन्होंने मैं पहलों ही माफ़ी मंग लेना कि मैं विद्वान नहीं हैगा। मेरा इक्को ही उद्देश्य रहा लाइफ दे विच कि किवें उस उच्च तो उच्च अवस्था नूं किवें महसूस किया जाए, किवें अंदरों अपने प्रगट किया जाए। और इसे ते ही मेरा सब तो ज़्यादा मेरा खोज चल रही है, और खोज नेड़े तेड़े लग चुकी हैगी। इस नूं समझण तो पहलों एक गल होर तुहानूं स्पष्ट करना चाहना कि सानूं वो अवस्था समझनी चाहिदी हैगी जिहड़ी गुरु नानक दी जी सी और दूजे गुरुआं दी सी। हुण इत्थे वड्डे वड्डे संत ये गल कह दिंदे ने गुरु नानक वर्गे असीं हो नहीं सकदे। वो क्यों कह दिंदे ने? उन्हां दी अपनी किते ना किते इग्नोरेंस हुंदी। मैं इहनूं परसनली भी मैनूं इसदा एक्सपीरियंस हैगा। तो इत्थे एक एग्जाम्पल दे के मैं तुहानूं दसांगा कि जे गुरु नानक जी भाई लहणा नूं गुरु अंगत बना सकते हैं, वो किहड़ा प्रोसैस है, वो मैं इत्थे ज़्यादा डिटेल विच नहीं गल करांगा। उसे नूं मध्य रखते हुए जे असीं ये समझ लईए कि भाई लहणा जी एक आम आदमी सी, साडे वर्गे सीगे, वो एक शॉपकीपर सी, साडे वांगू काम करदे सीगे, साडे वांगू बिजनेस करदे सी, दुनिया दा धंधा करदे सी। ते उन्हां नूं उन्हां ने किस तरह भाई लहणे तो एक आम आदमी तो गुरु अंगद देव जी बनाता। ये एक बहुत उच्ची सुच्ची अवस्था है जिस नूं गुरु नानक जी ने एक रोल मॉडल अपने आप को बढ़ा के उन्होंने ते इन्ना प्रभाव पाया कि उन्होंने हर चीज़ गुरु नानक दे हर गल विचों सच तो सिवा होर कोई नज़र ही नहीं सी आंदा। चलो एक मोटी मोटी गल्लां मैं दस रहा, बाकी असली जिहड़ा टॉपिक है उस तो आने तो पहलों थोड़ा जिहा होर आपां बैकग्राउंड समझण की कोशिश करते हैगे आ कि भवसागर दे अटक दरिया तो असीं किवें जिहड़ा सानूं अटकाया होया है आकारां ते शब्दां दे आकार ते उहनूं किवें टप्पना है, ते इहनूं स्टैप बाई स्टैप मैं तुहानूं कुछ अपने अनुभव के हिसाब नाल तुहानूं दसदा। मेरी नूं उम्मीद है कि तुसीं भी नाल दी नाल अनुभव करते जाओगे, तो जिवें अनुभव करते जाओगे तुहानूं भी उन्ना इंटरस्ट आना शुरू हो जाएगा, जे उन्ना ही स्वाद उन्ना ही विस्माद आना शुरू हो जाएगा जिवें गुरु नानक जी नूं आया करदा सी या दूजे गुरुआं नाल आया करदा सीगा। तो सब तो पहले शब्द गुरु की गल करते हैं। गुरु नानक शब्द गुरु का मतलब हैगा कि जिंदा आद और अंत हैगा, क्योंकि ये अखरां च आकार च हैगा। शब्द गुरु साडा गुरु है, जिंदे दरबार साहब नूं शब्द गुरु के रूप में असीं मनदे आ। उहदे विचों सानूं शब्द की जिहड़ी जोत है उहनूं समझण की जरूरत है, जिंदे बारे कहा गया सब में जोत, जोत है सोई। सोई का मतलब परमात्मा दे बारे गल कर रहे हैं। तो ये जिहड़ी जोत रूप चीज़ है साडे अंदर भी हैगी है। ये शरीर आ मेरा, इसमें जोत तरी तब तू जग में आया। तो ये जिहड़ी शरीर जिहड़े असीं पैदा होने उहदे विच आलरेडी जोत धरी जाती है। उसे नूं गल कही गई, उस जोत के बारे गल कही गई है कि मन तू जोत स्वरूप है अपना मूल पछाण। तो ये जिहड़ी जोत रूप हैगी है, जोत स्वरूप जिहड़ी चीज़ हैगी है, तो अपना मूल किवें पछाणना, मूल जिहड़ा हैगा साडा जिथों जोत आ रही हैगी। तो शब्द नूं असीं समझ के फिर शब्द का जिहड़ा जोत रूप अवस्था है वो हैगी नाम, उसनूं समझना हैगा, उसनूं अपने जीवन में धारण करना, उसनूं अनुभव करना हैगा। तो ये जिहड़ी नाम जिहड़ा हैगा वो शब्द तो फिर प्रमोट हो जाता है किस्म का। वो जिहड़ी जोत रूप है की है, वो जिंदा जागत जोत हैगी है। उहदे विच आलरेडी एक तो जीवन हैगा जिहड़ा बाद जग जीवन भी बन जाता। तो इहदे नाल नाल एक गल मैं होर कहांगा कि वो जिहड़ा जीवन है वो अनलाइटनड है, जिन्हों कहते हैं
ਜਿੰਦਾ ਜਾਗਤ ਜੋਤ, ਅਨਲਾਈਟਨਡ ਹੈ। ਤੇ ਸ਼ਬਦ ਦੇ ਬਾਰੇ ਗੱਲ ਜਿਹੜੀ ਆਪਾਂ ਸੁਣੀ ਹੋਈ ਹੈ, ਪੜ੍ਹੀ ਹੋਈ, ਸਾਰੇ ਜਾਣਦੇ ਨੇ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੇ ਉੱਥੇ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਸੁਰਤ ਜਿਹੜੀ ਹੈ ਸ਼ਬਦ ਦੇ ਵਿੱਚ ਕਿਵੇਂ ਮਿਲਾਈ ਜਾਏ। ਪਰ ਜਿਸ ਟਾਈਮ ਸਾਨੂੰ ਜੋਤ ਰੂਪ ਦਾ ਪਤਾ ਲੱਗ ਜਾਂਦਾ ਕਿ ਤਾਂ ਜੋਤ ਰੂਪ ਹੈ, ਤੂੰ ਵੀ ਜੋਤ ਰੂਪ ਹੈਗਾ, ਤੇ ਫਿਰ ਉਹਦੇ ਵਿੱਚ ਜਿਹੜੀ ਅਨਲਾਈਟਨਡ ਅਵਸਥਾ ਹੈ ਨਾ, ਉਹ ਅਵਸਥਾ ਸੁਰਤੀ ਜਿਹੜੀ ਆ ਆਪ ਹੀ ਅਨਲਾਈਟਨਡ ਹੁੰਦੀ, ਤਾਂ ਉਹ ਸ਼ਬਦ ਦੇ ਵਿੱਚ ਉਸ ਜੋਤ ਰੂਪ ਦੇ ਵਿੱਚ ਮਿਲ ਜਾਂਦੀ। ਉਹਨੂੰ ਮਿਲਾਉਣ ਦੀ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ। ਆਟੋਮੈਟਿਕਲੀ ਸਾਡੇ ਅੰਦਰ ਸਾਰਾ ਪ੍ਰੋਸੈਸ ਆਟੋਮੈਟਿਕਲੀ ਹੋ ਜਾਂਦਾ। ਤਾਂ ਜਿੰਨੀ ਅਸੀਂ ਕੋਸ਼ਿਸ਼ ਕਰਦੇ ਹਾਂ ਮਨ ਨਾਲ ਕਿ ਜੋ ਸ਼ਬਦ ਦੇ ਵਿੱਚ ਸੁਰਤੀ ਮਿਲਾ ਦਈਏ, ਓਨੇ ਹੀ ਅਸੀਂ ਇਨਫੈਕਟਿਵ ਰਹਿੰਦੇ ਹਾਂ, ਓਨੇ ਹੀ ਅਸੀਂ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਾਂ। ਤਾਂ ਜਿਹੜਾ ਨਾਮ ਹੈ ਇਹ ਹੀ ਜੋਤ ਰੂਪ ਹੈ, ਔਰ ਇਹ ਜੋਤ ਰੂਪ ਹੀ ਸੋਈ ਹੈ। ਸੋਈ ਦਾ ਮਤਲਬ ਪਰਮਾਤਮਾ ਹੈ ਇੱਥੇ। ਤੇ ਇਹ ਇੱਕ ਹੈਗਾ, ਇੱਕ ਤੋਂ ਹੀ ਅਨੇਕ ਬਣਿਆ ਹੋਇਆ, ਇਸੇ ਨੂੰ ਇੱਕ ਓਂਕਾਰ ਬੋਲਿਆ ਗਿਆ। ਇੱਥੇ ਜਿਹੜੀ ਓਂਕਾਰ ਦੀ ਗੱਲ ਹੈ, ਇਹਦੇ ਵਿੱਚ ਬੀਜ ਮੰਤਰ ਵੀ ਹੈਗਾ, ਜਿਹਨੂੰ OAN ਓਂ ਕਰਕੇ ਬੋਲਦੇ ਹਾਂ। ਤੇ ਉਸ ਨੂੰ ਓਂ ਜਿਹੜੀ ਹੈ ਉਸੇ ਦੇ ਵਿੱਚ ਹੀ, ਬੀਜ ਮੰਤਰ ਦੇ ਵਿੱਚ ਹੀ ਸਾਰਾ ਕੁਝ ਹੈ। ਉਹ ਜਿਵੇਂ ਜਿਵੇਂ ਫੁੱਟਦਾ ਹੈ ਉਸੇ ਤਰ੍ਹਾਂ ਦੀ ਪ੍ਰੋਗਰੈਸ ਹੁੰਦੀ ਜਾਂਦੀ ਹੈ। ਤੇ ਉਹ ਫਿਰ ਇੱਕ ਸਾਰੀ ਸ੍ਰਿਸ਼ਟੀ ਰੂਪੀ ਪੇੜ ਬਣ ਜਾਂਦਾ ਹੈਗਾ। ਤੇ ਇਹ ਜਿਹੜੀ ਇੱਕ ਤੋਂ ਹੀ ਅਨੇਕ ਬਣਨ ਦੀ ਜਿਹੜੀ ਕਿਰਿਆ ਹੈ, ਇਹ ਸਾਰੀ ਦੀ ਸਾਰੀ ਹੁਕਮ ਵਿੱਚ ਹੁੰਦੀ ਹੈ, ਜਿਹਨੂੰ ਕਿਹਾ ਗਿਆ ਹੈ ਸਾਚੇ ਸੇ ਪਵਨਾ ਭਇਆ, ਪਵਨੇ ਸੇ ਜਲ ਹੋਏ, ਜਲ ਸੇ ਤ੍ਰਿਵਣ ਸਾਜ ਕੇ, ਘਟ ਘਟ ਜੋਤ ਸਮੋਏ। ਉਹ ਜਿਹੜੀ ਇੱਕ ਜੋਤ ਹੈ, ਹੁਣ ਇਸ ਜੋਤ ਦੀ ਖਾਸੀਅਤ ਦੇਖੋ ਕੀ ਹੈ। ਉਹ ਇੱਕ ਦੇ ਰੂਪ ਵਿੱਚ ਅਲੱਗ ਵੀ ਹੈ, ਨਿਰਲੇਪ ਵੀ ਹੈ, ਔਰ ਉਹੀ ਜੋਤ ਸਾਰੀ ਸ੍ਰਿਸ਼ਟੀ ਵੀ ਬਣੀ ਹੋਈ ਹੈ। ਔਰ ਸਾਰੀ ਸ੍ਰਿਸ਼ਟੀ ਦੇ ਬਣਨ ਤੋਂ ਬਾਅਦ ਜਿਹੜੇ ਵੀ ਆਕਾਰ ਸਾਨੂੰ ਸ੍ਰਿਸ਼ਟੀ ਦੇ ਵਿੱਚ ਨਜ਼ਰ ਆਉਂਦੇ, ਉਹਦੇ ਵਿੱਚ ਘੱਟ ਘੱਟ ਦੇ ਵਿੱਚ, ਇੱਕ ਇੱਕ ਐਟਮ ਦੇ ਵਿੱਚ, ਇੱਕ ਇੱਕ ਕਣ ਦੇ ਵਿੱਚ ਜੋਤ ਰੂਪ ਵੀ ਸਮਾਈ ਹੋਈ ਹੈ। ਹੁਣ ਇੱਥੇ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈਗੀ ਹੈ। ਇਹ ਸਮਝ ਸਾਨੂੰ ਏਡੀ ਛੇਤੀ ਨਹੀਂ ਆਏਗੀ, ਪਰ ਸੱਚ ਇਹ ਹੀ ਹੈ, ਕੋਈ ਇੱਕ ਦੇ ਵਿੱਚੋਂ ਇੱਕ ਜਮਾ ਕਰ ਦਈਏ ਤਾਂ ਵੀ ਉਹ ਇੱਕ ਹੀ ਰਹਿੰਦਾ, ਇੱਕ ਵਿੱਚੋਂ ਇੱਕ ਕੱਢ ਲਈਏ ਤਾਂ ਵੀ ਇੱਕ ਦਾ ਇੱਕ ਹੀ ਰਹਿੰਦਾ। ਇਹ ਹੁੰਦੀ ਸਭ ਤੋਂ ਵੱਡਾ ਗੁਣ ਹੈ। ਉਹ ਇੱਕ ਜਿਹੜੀ ਚੀਜ਼ ਹੈਗੀ ਹੈ, ਉਹ ਜੋਤ ਰੂਪ ਘਟ ਘਟ ਸਮੋਈ ਵੀ ਹੋਈ ਹੈ, ਆਪ ਹੀ ਆਕਾਰ ਬਣੇ ਹੋਏ ਨੇ, ਤੇ ਆਪ ਨਿਰਲੇਪ ਵੀ ਹੈਗੀ। ਉਹ ਹੀ ਸਤਨਾਮ ਹੈ, ਉਹ ਜੋਤ ਹੀ ਸਤਨਾਮ ਹੈ, ਉਹੀ ਜੋਤ ਹੀ ਕਰਤਾ ਪੁਰਖ ਹੈ, ਉਹ ਜੋਤ ਹੀ ਨਿਰਭਉ ਵੀ ਹੈ, ਨਿਰਵੈਰ ਵੀ ਹੈ, ਦੂਜਾ ਭਾਵ ਉਹਦੇ ਚ ਹੈ ਨਹੀਂ। ਉਹੀ ਅਕਾਲ ਮੂਰਤ ਹੈਗੀ। ਅਕਾਲ ਮੂਰਤ ਦਾ ਮਤਲਬ ਹੈ ਉਹ ਟਾਈਮਲੈਸ ਹੈ, ਸਪੇਸਲੈਸ ਹੈ। ਇੱਥੇ ਜਿਹੜੇ ਮੈਂ ਸ਼ਬਦ ਅੱਖਰ ਬੋਲ ਰਿਹਾ, ਟਾਈਮਲੈਸ, ਸਪੇਸਲੈਸ, ਇਹਨੂੰ ਅਨੁਭਵ ਕਰਨਾ ਹੈ, ਇਹਨੂੰ ਫੀਲ ਕਰਨਾ ਹੈ। ਜੇ ਅਸੀਂ ਇਹਨੂੰ ਫੀਲ ਨਹੀਂ ਕਰਦੇ ਤੇ ਇੱਥੇ ਸਾਡੇ ਕੋਲ ਗਲਤੀ ਹੋ ਜਾਂਦੀ। ਅੱਗੇ ਜਿੰਨੀ ਵੀ ਬਾਣੀ ਦੀਆਂ ਗੱਲਾਂ ਨੂੰ ਫਿਰ ਸਾਨੂੰ ਨਹੀਂ ਸਮਝ ਆਉਂਦੀਆਂ। ਅਸੀਂ ਸਿਰਫ ਬਾਣੀ ਨੂੰ ਇੱਕ ਅੱਖਰ ਸਮਝ ਕੇ ਖੜੇ ਹੋ ਜਾਂਦੇ ਹਾਂ। ਅੱਖਰਾਂ ਨਾਲ ਗੱਲ ਨਹੀਂ ਬਣਦੀ ਜਿੰਨਾ ਚਿਰ ਕਿ ਸਾਡੇ ਹਿਰਦੇ ਕਮਲ 'ਚ ਉਹ ਚੀਜ਼ ਪ੍ਰਗਟ ਨਾ ਹੋਵੇ। ਤੇ ਸ਼ਬਦ ਜਿਵੇਂ ਉਹ ਇੱਕ ਬਣ ਕੇ ਜੋਤ ਰੂਪ ਬਣ ਕੇ ਪ੍ਰਗਟ ਹੁੰਦਾ, ਉਹ ਜਿਹੜੀ ਚੀਜ਼ ਹੈ ਉਹ ਅਜੂਨੀ ਹੈ, ਉਹ ਜੂਨਾਂ 'ਚ ਨਹੀਂ ਆਉਂਦੀ। ਔਰ ਉਹ ਜਿਹੜੀ ਹੈ ਹੁਕਮ ਵਿੱਚ, ਉਹਦੇ ਭਾਣੇ ਵਿੱਚ ਚੱਲਦੀ ਹੈ। ਔਰ ਜਿਵੇਂ ਜਿਵੇਂ ਉਹਦੇ ਹੁਕਮ ਵਿੱਚ ਅਸੀਂ ਚੱਲਦੇ ਹਾਂ ਤਾਂ ਸਾਨੂੰ ਉਹਦੀ ਕਿਰਪਾ ਵੀ ਹੋ ਜਾਂਦੀ ਹੈ। ਇਸੇ ਕਿਰਪਾ ਨੂੰ ਅਸੀਂ ਦੂਜੇ ਤਰੀਕੇ ਨਾਲ ਵੀ ਸਮਝ ਸਕਦੇ ਹਾਂ। ਛੋਟੀ ਛੋਟੀ ਗੱਲਾਂ ਤੋਂ ਅਸੀਂ ਸਮਝ ਸਕਦੇ ਹਾਂ ਕਿ ਜਿਵੇਂ ਅਸੀਂ ਬੋਲਦੇ ਹਾਂ, ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇੱਥੇ ਨਿਹਾਲ ਦਾ ਮਤਲਬ ਹੈ ਕਿਰਪਾ ਤੇ ਇਸੇ ਸ਼ਬਦ ਵਿੱਚ ਹੀ ਛੁਪੀ ਹੋਈ ਹੈ। ਜੋ ਬੋਲਦਾ ਹੈ, ਕਿਹਨੂੰ ਬੋਲਦਾ, ਉਹ ਨਿਹਾਲ ਹੋ ਜਾਂਦਾ। ਕਿਹੜੀ ਚੀਜ਼ ਨੂੰ ਬੋਲਦਾ? ਸਤਿ ਸ੍ਰੀ ਅਕਾਲ। ਸੱਤ ਜਿਹੜਾ ਹੈਗਾ ਉਹ ਸੱਚ ਤੋਂ ਵੀ ਇੱਕ ਉੱਪਰ ਦੀ ਸਟੇਜ ਹੈ, ਜਿਹਨੂੰ ਨਾਮੀ ਬੋਲਦੇ ਨੇ। ਨਾਮ ਇਹਦੇ ਵਿੱਚ ਜਾ ਕੇ ਅਡੋਲ ਹੋ ਕੇ ਟਿਕ ਜਾਂਦਾ ਹੈ। ਇਹ ਸੱਤ ਜਿਹੜਾ ਹੈ ਨਾ, ਇਹ ਸੁਪਰੀਮ ਹੈ ਤੇ ਉਹੀ ਅਕਾਲ ਹੈ। ਅਕਾਲ ਦਾ ਮਤਲਬ ਟਾਈਮਲੈਸ, ਸਪੇਸਲੈਸ ਹੈਗਾ। ਤਾਂ ਟਾਈਮਲੈਸ, ਸਪੇਸਲੈਸ ਅਵਸਥਾ ਨੂੰ ਬੋਲਣਾ, ਉਹਨੂੰ ਅਨੁਭਵ ਕਰਨਾ, ਔਰ ਉਸ ਸੁਪਰੀਮ ਚੀਜ਼ ਨੂੰ ਅਸੀਂ ਉਹਦੇ ਨਾਲ ਜੁੜ ਜਾਣਾ ਹੀ ਸਾਡੇ ਵਾਸਤੇ, ਸਾਨੂੰ ਨਿਹਾਲ ਕਰਨ ਵਾਲਾ ਸਭ ਤੋਂ ਵੱਡਾ ਫਾਰਮੂਲਾ ਹੈ, ਜਿਹਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ। ਐ ਸਮਝਦੇ ਹਾਂ ਕਿ ਇਹ ਤਾਂ ਹੁਣ ਐਵੇਂ ਹੀ ਬੋਲਣ ਦੇ ਵਿਸ਼ੇ ਨੇ। ਬੋਲਣ ਦੇ ਵਿਸ਼ੇ ਨਹੀਂ, ਉਹ ਰਿਐਲਿਟੀ ਹੈ। ਤਾਂ ਜਿਹੜੇ ਬੰਦੇ ਕਹਿੰਦੇ ਨੇ ਕਿ ਸਾਨੂੰ ਗੁਰੂ ਕਿਰਪਾ ਕਿਵੇਂ ਹੋਵੇ, ਉਹ ਇਸੇ ਸਾਡੇ ਜਿਹੜਾ ਨਾਰਾ ਹੈ ਇਹਦੇ ਵਿੱਚ ਛੁਪੇ ਹੋਏ ਨੇ। ਤੇ ਛੁਪੀ ਹੋਈ ਚੀਜ਼ ਨੂੰ ਸਮਝਣਾ ਹੀ ਅੱਜ ਦੇ ਦਿਨ ਦੇ ਵਿੱਚ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਔਰ ਤਾਂ ਹੀ ਅਸੀਂ ਆਪਣੇ ਜੀਵਨ ਵਿੱਚ ਕ੍ਰਾਂਤੀ ਲਿਆ ਸਕਦੇ ਹਾਂ। ਤੇ ਜੇ ਉਹਨੂੰ ਨਹੀਂ ਸਮਝਦੇ, ਉਹਨੂੰ ਸਿਰਫ ਅੱਖਰਾਂ ਦੇ ਰੂਪ ਵਿੱਚ ਯੂਜ਼ ਕਰਦੇ ਹਾਂ, ਉਹਦੀ ਗਹਿਰਾਈ 'ਚ ਨੂੰ ਨਹੀਂ ਜਾਂਦੇ, ਤਾਂ ਨਾ ਤਾਂ ਅਸੀਂ ਗੁਰੂ ਨਾਨਕ ਦੀ ਅਵਸਥਾ ਨੂੰ ਸਮਝ ਪਾਵਾਂਗੇ, ਤੇ ਨਾ ਹੀ ਬਾਣੀ ਦੇ ਵਿੱਚ ਜਿਹੜੀਆਂ ਡੀਪ ਗੱਲਾਂ ਨੇ, ਜਿਹੜੀਆਂ ਕਥ ਗੱਲਾਂ ਨੇ, ਜਿਹੜੀਆਂ ਕਹਿ ਗੱਲਾਂ ਨੇ, ਉਹਨਾਂ ਨੂੰ ਨਹੀਂ ਸਮਝ ਪਾਵਾਂਗੇ। ਨਾ ਹੀ ਸਾਡਾ ਚੌਥੇ ਪਦ ਤੇ ਜਿਹੜਾ ਸਾਡਾ ਪਾਰ ਉਤਾਰਾ ਹੋਣਾ, ਜਾਂ ਚੌਥੇ ਪਦ ਤੇ ਅਸੀਂ ਜਾਣਾ, ਉੱਥੇ ਨਹੀਂ ਜਾ ਪਾਵਾਂਗੇ।
ਅਸੀਂ ਆਪਣੇ ਜੀਵਨ ਵਿੱਚ ਤਮੋ ਗੁਣੋ ਰਜੋ ਗੁਣੋ ਸਤੋ ਗੁਣੋ ਤੱਕ ਹੀ ਰਵਾਂਗੇ ਤੇ ਇਸ ਤੋਂ ਅੱਗੇ ਨਾ ਜਾ ਕੇ ਹੀ ਸਾਡੀ ਫਿਰ ਅਗਿਆਨਤਾ ਹੀ ਸਾਡੀ ਸ਼ੋਅ ਕਰਦੀ ਹੈ। ਔਰ ਇਹੀ ਕਾਰਨ ਹੈ ਕਿ ਅੱਜ ਸਾਨੂੰ ਇਹ ਅੰਦੋਲਨ ਕਰਨਾ ਪੈ ਰਿਹਾ ਹੈਗਾ। ਪਰੰਤੂ ਇਸ ਅੰਦੋਲਨ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਕਮੀਆਂ ਰਹਿ ਗਈਆਂ ਸੀ ਉਹ ਪੂਰੀਆਂ ਹੋ ਰਹੀਆਂ ਨੇ, ਜਿਹੜੀਆਂ ਕਿ ਹਿਡਨ ਨੇ, ਜਿਹੜੀਆਂ ਕਿ ਸਾਨੂੰ ਸਮਝ ਨਹੀਂ ਆ ਰਹੀਆਂ। ਪਰ ਟਾਈਮ ਆਉਣ ਤੋਂ ਤੁਹਾਨੂੰ ਸਾਰਾ ਕੁਝ ਸਮਝ ਆ ਜਾਏਗਾ। ਔਰ ਜਿਵੇਂ ਅੱਜ ਦੀ ਜਿਹੜੀ ਗੱਲ ਤੁਹਾਨੂੰ ਅਗਰ ਸਮਝ ਆ ਗਈ, ਅਨੁਭਵ ਹੋ ਗਈ, ਤਾਂ ਬਹੁਤ ਸੀ ਗੱਲਾਂ ਤੁਹਾਨੂੰ ਇਸ ਕਿਸਾਨ ਅੰਦੋਲਨ ਦੀਆਂ ਵੀ ਸਮਝ ਆਉਣ ਲੱਗ ਜਾਣਗੀਆਂ। ਤੋ ਇੱਕ ਕਿਸਾਨ ਅੰਦੋਲਨ ਦੀ ਮੈਂ ਇੱਕ ਗੱਲ ਥੋੜੀ ਜਿਹੀ ਵਿੱਚੋਂ ਹੋਰ ਕਹਿ ਦੇਵਾਂ ਕਿ ਟੀਕਰੀ ਬਾਰਡਰ ਤੇ ਬਹਾਦਰਗੜ੍ਹ ਦੇ ਵਿੱਚ ਕਿਸਾਨ ਜਿਹੜੇ ਬੈਠੇ ਨੇ, ਉਹਨਾਂ ਦੇ ਕੁਝ ਕਿਸਾਨਾਂ ਨੂੰ ਉਸ ਜਗ੍ਹਾ ਦੇ ਵਿੱਚ ਰਹਿਣਾ ਪੈ ਰਿਹਾ ਜਿੱਥੇ ਕਿ ਗ੍ਰੇਵਯਾਰਡ ਹੈ, ਜਿੱਥੇ ਕਿ ਇਲੈਕਟ੍ਰਿਕ ਕ੍ਰੀਮੇਟੋਰੀਅਮ ਹੈ, ਜਿੱਥੇ ਕਿ ਉਹਨਾਂ ਦੇ ਪ੍ਰੈਜ਼ੈਂਸ ਵਿੱਚ ਵੀ ਮੁਰਦੇ ਜਲਾਏ ਜਾਂਦੇ ਨੇ ਇਲੈਕਟ੍ਰਿਕ ਕਰੰਟ ਦੁਆਰਾ। ਤੇ ਉੱਥੇ ਬੈਠ ਕੇ ਵੀ ਕਿਸੇ ਨੇ ਪੁੱਛਿਆ ਉਹਨਾਂ ਨੂੰ ਕਿ ਤੁਹਾਨੂੰ ਡਰ ਨਹੀਂ ਲੱਗਦਾ, ਤੁਸੀਂ ਇੱਥੇ ਸੌਂਦੇ ਹੋ? ਉਹ ਕਹਿੰਦੇ ਕਾਲੇ ਕਾਨੂੰਨਾਂ ਤੋਂ ਹੋਰ ਕੀ ਵੱਡਾ ਡਰ ਹੋਏਗਾ, ਉਹ ਤਾਂ ਸਾਨੂੰ ਸਾਡੀ ਹੋਂਦ ਨੂੰ ਹੀ ਖਤਮ ਕਰ ਰਿਹਾ। ਤੇ ਜੇ ਉਸ ਨੂੰ ਅਸੀਂ ਟੋਲਰੇਟ ਕਰ ਰਹੇ ਹਾਂ, ਉਹਦੇ ਖਿਲਾਫ ਅੰਦੋਲਨ ਕਰ ਰਹੇ ਹਾਂ, ਤੇ ਇਹ ਜਿਹੜਾ ਗ੍ਰੇਵਯਾਰਡ ਸਾਡਾ ਕੀ ਵਿਗਾੜ ਸਕਦਾ। ਤੇ ਜਿਸ ਟਾਈਮ ਆਦਮੀ ਮਰਨ ਵਾਸਤੇ ਤਿਆਰ ਹੋ ਜਾਂਦਾ ਤਾਂ ਕੋਈ ਵੀ ਐਸੀ ਚੀਜ਼ ਨਹੀਂ ਦੁਨੀਆ ਦੇ ਵਿੱਚ ਜਿਹੜੀ ਉਹ ਨਾ ਅਚੀਵ ਕਰ ਸਕੇ। ਤੇ ਇਹ ਗੱਲਾਂ ਦੇਖ ਕੇ ਤੁਹਾਨੂੰ ਵੀ ਭਰੋਸਾ ਹੋ ਜਾਣਾ ਚਾਹੀਦਾ, ਮੈਨੂੰ ਤਾਂ ਹੋ ਚੁੱਕਾ ਹੈ ਕਿ ਅਸੀਂ ਕਾਮਯਾਬ ਹੋਵਾਂਗੇ ਹੀ ਹੋਵਾਂਗੇ। ਨਾ ਸਿਰਫ ਇਸ ਅੰਦੋਲਨ ਵਿੱਚ ਹੋਵਾਂਗੇ, ਪਰੰਤੂ ਆਪਣੇ ਜੀਵਨ ਦੇ ਵਿੱਚ ਹੀ ਪਰਮਾਤਮਾ ਨੂੰ ਪਾਉਣ ਵਾਸਤੇ ਵੀ ਅਸੀਂ ਕਾਮਯਾਬ ਹੋਵਾਂਗੇ। ਔਰ ਸਾਨੂੰ ਸਮਝ ਵੀ ਆਏਗੀ ਔਰ ਬਾਣੀ ਕਿੱਥੋਂ ਆਈ ਹੈ, ਕਿਸ ਤਰ੍ਹਾਂ ਆਈ ਹੈ, ਉਹ ਤੁਰਕੀ ਬਾਣੀ ਆਈ ਤੇ ਸਿਗਲੀ ਚੰਤ ਮਟਾਈ, ਉਸ ਦੀ ਵੀ ਸਮਝ ਆ ਜਾਏਗੀ। ਤੋ ਇਸ ਗੱਲ ਨੂੰ ਥੋੜਾ ਜਿਹਾ ਅੱਗੇ ਲਿਜਾਂਦੇ ਹੋਏ ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ ਉਹ ਇਹ ਹੈ ਕਿ ਨਾਮ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਨਾਮ ਉਹ ਜੋਤ ਰੂਪ ਹੈ, ਜਿਹੜੀ ਸ਼ਕਤੀ ਹੈਗੀ ਹੈ, ਜਿਸ ਦੇ ਕਰਕੇ ਸਾਰਾ ਸੰਸਾਰ ਬਣਿਆ ਹੋਇਆ, ਆਪ ਹੀ ਸ਼ਕਤੀ ਕਨਵਰਟ ਹੋਈ ਹੈ, ਆਪ ਹੀ ਉਹ ਬਣੀ ਹੋਈ ਹੈ। ਇਸੇ ਕਰਕੇ ਕਹਿੰਦੇ ਨੇ ਕਿਸ ਨੂੰ ਕਹੀਏ ਨਾਨਕਾ ਸਭ ਕੁਝ ਆਪੇ ਆਪ। ਤੇ ਨਾਮ ਨੂੰ ਅਸੀਂ ਵਾਹਿਗੁਰੂ ਦਾ ਉਚਾਰਨ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਉਹਦੇ ਜਿਹੜੇ ਗੁਣ ਨੇ ਜੇ ਅਸੀਂ ਉਹਨਾਂ ਤੇ ਵਿਚਾਰ ਕਰੀਏ ਤੇ ਉਹਨਾਂ ਨੂੰ ਯਾਦ ਕਰੀਏ ਤਾਂ ਸਾਡਾ ਸਿਮਰਨ ਵੀ ਪੂਰਾ ਹੋ ਜਾਏਗਾ। ਔਰ ਸਾਡੀ ਜਿਹੜੀ ਮੰਜ਼ਿਲ ਹੈਗੀ ਹੈ ਲਾਈਫ ਦੇ ਵਿੱਚ ਪਰਫੈਕਸ਼ਨ ਦੀ, ਉਹ ਵੀ ਸਾਡੀ ਇਸ ਜਨਮ ਵਿੱਚ ਪੂਰੀ ਹੋ ਸਕਦੀ ਹੈ। ਸਾਨੂੰ ਬਾਰ-ਬਾਰ ਫਿਰ ਜਨਮ ਲੈਣ ਦੀ ਜ਼ਰੂਰਤ ਨਹੀਂ ਪੈਗੀ। ਤੋ ਇਸ ਗੱਲ ਤੋਂ ਚੱਲਦੇ ਹੋਏ ਨਾਮ ਤੋਂ ਅੱਗੇ ਕੀ ਚੀਜ਼ ਹੈਗੀ ਹੈ? ਨਾਮ ਹੈ ਸੱਚ। ਨਾਮ ਤੋਂ ਜਿਹੜੀ ਅਗਲੀ ਚੀਜ਼ ਹੈ ਉਹ ਹੈ ਸੱਤ। ਤੇ ਇਹ ਹੈ ਡਿਫਰੈਂਸ ਸੱਤ ਔਰ ਸੱਚ ਦਾ। ਸੱਤ ਦਾ ਫਰਕ ਇਹ ਹੈਗਾ ਕਿ ਸੱਤ ਵਿੱਚ ਨਾਮ ਜਿਹੜਾ ਹੈ, ਜਿਹੜਾ ਸਾਰੇ ਕੰਮ ਕਰ ਰਿਹਾ ਹੈਗਾ, ਸੱਤ ਵਿੱਚ ਜਾ ਕੇ ਅਡੋਲ ਹੋ ਜਾਂਦਾ। ਨਾਮ ਨਾਮੀ ਦੇ ਵਿੱਚ ਜਾ ਕੇ ਮਿਲ ਜਾਂਦਾ, ਉਹਦਾ ਇੱਕ ਰੂਪ ਹੋ ਜਾਂਦਾ, ਉੱਥੇ ਬਿਲਕੁਲ ਅਡੋਲ ਹੁੰਦਾ, ਕੁਛ ਨਹੀਂ ਉੱਥੇ ਕੰਮ ਕਰਦਾ। ਸਿਰਫ ਐਂਡ ਸਿਰਫ ਜੋ ਉਹਦੇ ਅਕਾਲ ਪੁਰਖ ਦੇ, ਅਕਾਲ ਪੁਰਖ ਹੀ ਵਾਹਿਗੁਰੂ ਹੈ, ਅਕਾਲ ਪੁਰਖ ਹੀ ਨਾਮੀ ਹੈ। ਉਹਦੇ ਵਿੱਚੋਂ ਜਿਹੜੇ ਫਲੋਟਿੰਗ ਆਈਡੀਆ ਹੁੰਦੇ ਨੇ, ਜਿਹੜੇ ਵਿਚਾਰ ਆਉਂਦੇ ਨੇ, ਜਾਂ ਉਹ ਉਹਦਾ ਹੁਕਮ ਦੇ ਅਕਾਰਡਿੰਗ ਜੋ ਵੀ ਉਹਦੀ ਮੌਜ ਦੇ ਹਿਸਾਬ ਨਾਲ ਉਹਨੂੰ ਕਰਨਾ ਹੁੰਦਾ, ਉੱਥੋਂ ਵਿਚਾਰ ਆਉਂਦੇ ਨੇ। ਅੱਗੋਂ ਫਿਰ ਹੁਕਮ ਤੇ ਨਾਮ ਮਿਲ ਕੇ ਉਹਨੂੰ ਪੂਰਨ ਕਰਨ ਦੀ ਕੋਸ਼ਿਸ਼ ਕਰਦੇ ਨੇ। ਜਿਸ ਤਰ੍ਹਾਂ ਸ੍ਰਿਸ਼ਟੀ ਬਣਾ ਕੇ ਤੇ ਉਹਨੂੰ ਸ੍ਰਿਸ਼ਟੀ ਨੂੰ ਚਲਾਉਂਦੇ ਨੇ, ਤੇ ਸ੍ਰਿਸ਼ਟੀ ਦੇ ਵਿੱਚ ਹੀ ਉਹਦਾ ਹੁਕਮ ਚੱਲਦਾ, ਤੇ ਉਹਨੂੰ ਵੇਖ ਕੇ ਫਿਰ ਨਾਮੀ ਨਾ ਵੇਖ ਕੇ ਉਹਨੂੰ ਆਨੰਦਿਤ ਹੁੰਦਾ ਰਹਿੰਦਾ ਹੈ। ਤੇ ਉਸੇ ਅਵਸਥਾ ਨੂੰ ਫਿਰ ਅਸੀਂ ਇਸੇ ਕਰਕੇ ਹੀ ਕਹਿ ਦਿੰਦੇ ਹਾਂ ਸਤ ਚਿੱਤ ਆਨੰਦ। ਉੱਥੇ ਆਨੰਦ ਹੀ ਆਨੰਦ ਹੈ, ਸੱਤ ਹੀ ਸੱਤ ਹੈ। ਤੇ ਉਹ ਜਿਹੜੀ ਚਿੱਤ ਵੀ ਸਾਡਾ ਇੰਨਾ ਸਾਫ਼ ਹੋ ਜਾਂਦਾ, ਜਿਹਨੂੰ ਅਸੀਂ ਕਈ ਵਾਰ ਕਹਿੰਦੇ ਹਾਂ ਪਹਿਲੋਂ ਜਿਸ ਟਾਈਮ ਅਸੀਂ ਪੜ੍ਹਦੇ ਸੀ ਪਹਿਲੀ ਦੂਜੀ ਕਲਾਸ ਵਿੱਚ, ਉਸ ਟਾਈਮ ਪੱਟੀਆਂ ਹੁੰਦੀ ਸੀ ਲੱਕੜੀ ਦੀਆਂ, ਉਹਦੇ ਤੇ ਗਾਚੀ ਨਾਲ ਪੋਚਦੇ ਸੀ ਤੇ ਉਹਦੇ ਨਾਲ ਫਿਰ ਕਾਲੀ ਸ਼ਾਹੀ ਨਾਲ ਲਿਖਦੇ ਸੀ। ਤੇ ਜਿਹੜੇ ਪੂਰੀ ਹੋ ਜਾਂਦੇ ਸੀ ਫਿਰ ਉਹਨੂੰ ਦੁਬਾਰਾ ਧੋ ਕੇ ਪੋਚ ਕੇ ਫਿਰ ਉਹਦੇ ਤੇ ਲਿਖਣ ਕਰਦੇ ਸੀ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਮਨ ਹੈ ਨਾ, ਮਨ ਵੀ ਇੱਕ ਪੱਟੀ ਵਾਂਗੂ ਕਾਲਾ ਸ਼ਾਹ ਹੋਇਆ ਤੇ ਉਹਨੂੰ ਕਿਵੇਂ ਪੋਚਣਾ, ਕਿਸ ਤਰ੍ਹਾਂ ਕਰਨਾ, ਇਹ ਵੀ ਇੱਕ ਬਹੁਤ ਵੱਡਾ ਵਿਸ਼ੇ ਹੈ। ਤੇ ਇਸ ਨੂੰ ਆਪਾਂ ਫਿਰ ਟੱਚ ਕਰਦੇ ਹਾਂ। ਪਹਿਲਾਂ ਅਸੀਂ ਪੂਰੀ ਗੱਲ ਸਮਝ ਲਈਏ ਕਿ ਵਾਹਿਗੁਰੂ ਕੀ ਚੀਜ਼ ਹੈਗੀ। ਵਾਹਿਗੁਰੂ ਹੀ ਨਾਮੀ ਹੈ, ਵਾਹਿਗੁਰੂ ਹੀ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਹੈ, ਅਵਲ ਅੱਲਾ ਹੈ, ਆਪੀ ਨੇ ਆਪ ਸਾਜਿਓ ਹੈ, ਇਹ ਅਡੋਲ ਅਵਸਥਾ ਹੈ। ਤੇ ਵਾਹਿਗੁਰੂ ਹੀ ਸੱਤ ਹੈ, ਤੇ ਸੱਚ ਤੋਂ ਉੱਪਰ ਸੱਤ ਹੈ, ਜਿੱਥੇ ਜਾ ਕੇ ਜਿੰਦੇ ਬਾਰੇ ਕਿਹਾ ਗਿਆ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਸਾਡਾ ਮੂਲ ਹੈ, ਜਿੰਦੇ ਵਿੱਚੋਂ ਉਹ ਸਾਰੀ ਜੋਤ ਨਿਕਲ ਰਹੀ ਹੈ, ਜਿੰਦੇ ਬਾਰੇ ਆਪਾਂ ਪਹਿਲਾਂ ਵਰਣਨ ਕੀਤਾ ਹੈਗਾ। ਇਹਦੇ ਵਿੱਚ ਇੱਕ ਦੋ ਵਾਰਨਿੰਗ ਮੈਂ ਦੇਣਾ ਚਾਹਾਂਗਾ ਕਿ ਬਹੁਤ ਸੇ ਆਦਮੀ, ਬਹੁਤ ਸੇ ਧਾਰਮਿਕ ਆਗੂ, ਬਹੁਤ ਸੇ ਧਾਰਮਿਕ ਸਥਾਨਾਂ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਜਿਹੜੀ ਜੋਤ ਹੈ ਸਾਡੇ ਮੱਥੇ 'ਚ ਪ੍ਰਗਟ ਹੁੰਦੀ ਹੈ। ਇੱਥੇ ਮੈਂ ਇੱਕ ਗੱਲ ਤੁਹਾਡੇ ਨੂੰ ਕਲੀਅਰ ਕਰਨਾ ਚਾਹੁੰਦਾ, ਸਪਸ਼ਟ ਕਰਨਾ ਚਾਹੁੰਦਾ, ਉਹ ਇਹ ਹੈ
ਕਿ ਇਹ ਜਿਹੜੀ ਮੱਥੇ ਦੇ ਵਿੱਚ ਆਈਬਰੋ ਦੇ ਵਿੱਚ ਅਸੀਂ ਲਾਈਟ ਦੇਖਦੇ ਹਾਂ ਜਾਂ ਜਿਹਨੂੰ ਅਸੀਂ ਜੋਤ ਕਰਕੇ ਮੰਨ ਕੇ ਉਹਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਔਰ ਬਹੁਤ ਸੇ ਇਸੇ ਤੇ ਹੀ ਪ੍ਰਚਾਰ ਕਰਦੇ ਨੇ, ਇਹ ਤਾਂ ਸਾਡੀ ਸਨ ਦੀ ਲਾਈਟ ਹੁੰਦੀ ਜਿਹੜੀ ਅਸੀਂ ਦਿਨ ਦੇ ਵਿੱਚ ਸਨ ਦੀ ਲਾਈਟ ਨੂੰ ਦੇਖਦੇ ਹਾਂ। ਉਹ ਸਨ ਦੀ ਲਾਈਟ ਇੱਥੇ ਥੋੜੀ ਜਿਹੀ ਪ੍ਰਗਟ ਹੋ ਜਾਂਦੀ ਤੇ ਅਸੀਂ ਕਹਿੰਦੇ ਕਿ ਸਾਡੀ ਬੜੀ ਅਚੀਵਮੈਂਟ ਹੋ ਗਈ। ਇਹ ਕੋਈ ਅਚੀਵਮੈਂਟ ਨਹੀਂ ਹੈ, ਨਾ ਇਹ ਕੋਈ ਡਾਇਰੈਕਟ ਰਸਤਾ ਹੈ ਪਰਮਾਤਮਾ ਨੂੰ ਮਿਲਣ ਦਾ, ਇਹ ਤਾਂ ਸਾਨੂੰ ਗੁੰਮਰਾਹ ਕਰਨ ਦੀ ਗੱਲ ਹੋ ਗਈ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਸ਼ਬਦ ਨੂੰ ਦੇਖਦੇ ਹੈਗੇ ਹਾਂ, ਸ਼ਬਦ ਨੂੰ ਪੜ੍ਹਦੇ ਹੈਗਾ, ਇਹ ਵੀ ਮੈਂ ਨਾਲ ਦੀ ਨਾਲ ਇਸ ਕਰਕੇ ਕਲੀਅਰ ਕਰ ਰਿਹਾ ਹੈਗਾ ਕਿ ਸ਼ਬਦ ਉਹ ਚੀਜ਼ ਹੈਗੀ ਹੈ ਜਿਹਦੇ ਨਾਲ ਸਾਡੇ ਹਿਰਦੇ ਦੇ ਵਿੱਚ ਕੁਝ ਦੇਰ ਵਾਸਤੇ ਐਸੀ ਅਵਸਥਾ ਆ ਜਾਂਦੀ ਜਿਸ ਟਾਈਮ ਅਸੀਂ ਫਾਰਮਲੈਸ ਹੋ ਜਾਂਦੇ ਹਾਂ, ਈਗੋਲੈਸ ਹੋ ਜਾਂਦੇ ਹਾਂ, ਹਉਮੈ ਸਾਡੀ ਬਿਲਕੁਲ ਖਤਮ ਹੋ ਜਾਂਦੀ ਹੈ। ਪਰ ਇਹ ਝਲਕਾਰਾ ਜਾ ਪੈਂਦਾ ਤੇ ਇਹਦੇ ਵਿੱਚ ਇੱਕ ਗੱਲ ਮੈਂ ਹੋਰ ਬੜੀ ਸਪਸ਼ਟ ਕਹਿਣਾ ਚਾਹੁੰਦਾ ਕਿ ਬਹੁਤ ਸੇ ਲੋਕੀ ਇਹਦੇ ਵਿੱਚ ਨਸ਼ਾ ਕਰਕੇ ਕਹਿੰਦੇ ਨੇ ਕਿ ਸਾਨੂੰ ਤਾਂ ਝਲਕਾਰਾ ਨਜ਼ਰ ਆਉਣ ਲੱਗ ਗਿਆ, ਅਸੀਂ ਈਗੋਲੈਸ ਹੋ ਜਾਂਦੇ ਹਾਂ। ਉਹ ਸਾਰਾ ਹੀ ਗੁੰਮਰਾਹ ਕਰਨ ਵਾਲੀਆਂ ਗੱਲਾਂ ਨੇ। ਤੇ ਇਸੇ ਕਰਕੇ ਬਹੁਤ ਸੇ ਆਦਮੀ ਨਸ਼ਾ ਕਰਨ ਲੱਗ ਜਾਂਦੇ ਨੇ ਤੇ ਬਹੁਤ ਸੇ ਵੱਡੇ ਵੱਡੇ ਸੰਤ ਵੀ ਅਫੀਮ ਜਾਂ ਹੋਰ ਇਸ ਤਰ੍ਹਾਂ ਦੀ ਜਿਹੜੇ ਹਾਇਰ ਲੈਵਲ ਦੇ ਨਸ਼ੇ ਨੇ ਉਹ ਕਰਾ ਕੇ ਲੋਕਾਂ ਨੂੰ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਪਰਮਾਤਮਾ ਦਿਖਾਤਾ। ਤੋ ਇਸ ਗੱਲ ਤੋਂ ਵੀ ਤੁਹਾਨੂੰ ਸਾਡਾ ਕਲੀਅਰ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਜਿਹੜੀ ਸ਼ਰਾਬ ਵਾਲਾ ਨਸ਼ਾ ਜਾਂ ਦੂਜੇ ਨਸ਼ੇ ਨੇ ਇਹ ਰਾਤ ਨੂੰ ਅਸੀਂ ਪੀਨੇ ਤਾਂ ਦਿਨੇ ਉਤਰ ਜਾਂਦੀ। ਗੁਰੂ ਨਾਨਕ ਜੀ ਨੇ ਬੜਾ ਸਪਸ਼ਟ ਕੀਤਾ ਹੈ ਕਿ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਉਹ ਫਿਰ ਇਹ ਨਹੀਂ ਹੈ ਕਿ ਸਵੇਰੇ ਹੈਂਗਓਵਰ ਦੇ ਰੂਪ ਵਿੱਚ ਖਤਮ ਹੋ ਜਾਂਦੀ, ਘਟ ਜਾਂਦੀ ਹੈ, ਉਹ ਸਦਾ ਹੀ ਰਹਿੰਦੀ। ਤਾਂ ਸਾਨੂੰ ਸ਼ਬਦ ਦੇ ਵਿੱਚੋਂ ਜਿਸ ਟਾਈਮ ਇਹ ਝਲਕਾਰੇ ਪੈਂਦੇ ਨੇ, ਜਦੋਂ ਅਸੀਂ ਬਾਡੀਲੈਸ ਹੋ ਜਾਂਦੇ ਹਾਂ, ਫਾਰਮਲੈਸ ਹੋ ਜਾਂਦੇ ਹਾਂ, ਤਾਂ ਸਾਨੂੰ ਇਹ ਪ੍ਰੇਰਨਾ ਮਿਲਦੀ ਕਿ ਹੋਰ ਅੱਗੇ ਚੱਲਣ ਦੀ। ਤੇ ਇਹ ਸਾਰਾ ਵਿਸ਼ੇ ਜਿਹੜਾ ਹੈ ਨਾ ਅਨੁਭਵ ਕਰਨ ਦਾ ਹੈਗਾ। ਹੁਣ ਅੰਤ ਦੇ ਵਿੱਚ ਜਿਹੜੀ ਮੈਂ ਗੱਲ ਕਹਿਣਾ ਚਾਹ ਰਿਹਾ ਸੀ ਵਾਹਿਗੁਰੂ ਦੇ ਬਾਰੇ, ਵਾਹਿਗੁਰੂ ਨੂੰ ਵੀ ਅਸੀਂ ਆਪਣੇ ਅੰਦਰ ਅਨੁਭਵ ਕਰਨਾ। ਜਿਹੜੇ ਅਸੀਂ ਟਾਈਮਲੈਸ ਔਰ ਸਪੇਸਲੈਸ ਅਨੁਭਵ ਕਰ ਲਿਆ, ਫਿਰ ਜਿਹੜੀ ਅਗਲੀ ਅਵਸਥਾ ਵਾਹਿਗੁਰੂ ਜੀ ਦੀ ਹੈ ਉਹਨੂੰ ਅਨੁਭਵ ਕਰਨਾ ਫਿਰ ਇੰਨਾ ਮੁਸ਼ਕਿਲ ਨਹੀਂ ਹੁੰਦਾ। ਵਾਹਿਗੁਰੂ ਦੇ ਵਿੱਚ ਕੀ ਗੱਲ ਹੁੰਦੀ ਹੈ, ਨਾ ਇਹਦਾ ਆਦ ਹੈ ਨਾ ਅੰਤ ਹੈ। ਸੱਚ ਦੇ ਵਿੱਚ ਆਦ ਹੁੰਦਾ ਪਰ ਉਹਦਾ ਅੰਤ ਨਹੀਂ ਹੁੰਦਾ। ਸ਼ਬਦ ਜਿਹੜਾ ਅੱਖਰੀ ਰੂਪ ਹੈ ਉਹਦੇ ਵਿੱਚ ਨਾ ਆਦ ਅੰਤ ਦੋਨੋਂ ਚੀਜ਼ਾਂ ਹੁੰਦੀਆਂ। ਤੇ ਇੱਥੇ ਵਾਹਿਗੁਰੂ ਦੇ ਵਿੱਚ ਨਾ ਆਦ ਹੁੰਦਾ ਨਾ ਅੰਤ ਹੁੰਦਾ। ਤੇ ਇਸ ਕਰਕੇ ਸਭ ਤੋਂ ਇੱਕ ਕਿਸਮ ਦੀ ਬਹੁਤ ਹੀ ਮਿਸਟੀਰੀਅਸ ਚੀਜ਼ ਹੈ ਜਿਹਨੂੰ ਸਮਝਣ ਵਾਸਤੇ ਨਾਮ ਹੀ ਸਮਝ ਸਕਦਾ, ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ। ਤੇ ਜਦੋਂ ਉਹ ਚੀਜ਼ ਨਾਮ ਉੱਥੇ ਸਮਝ ਕੇ ਆਉਂਦਾ ਤਾਂ ਫਿਰ ਸਾਨੂੰ ਅਕਥ ਕਥਾ ਜਿਹੜੀ ਹੈਗੀ ਹੈ ਚੌਥੇ ਪਦ ਦੀ, ਉਹ ਗੱਲਾਂ ਵੀ ਸਮਝ ਆਉਣ ਲੱਗ ਜਾਂਦੀਆਂ। ਉਸੇ ਨੂੰ ਕਹਿੰਦੇ ਨੇ ਕਿ ਧੁਨ ਮੇ ਧਿਆਨ, ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਣੀ। ਜਿਹੜਾ ਨਾਮ ਹੈ ਉਹ ਗੁਰਮੁਖ ਅਵਸਥਾ ਹੈਗੀ ਹੈ, ਔਰ ਨਾਮ ਨੂੰ ਅਸੀਂ ਨਾ ਸਮਝਦੇ ਹੋ, ਸਿਰਫ ਅੱਖਰੀ ਅੱਖਰੀ ਗਿਆਨ ਸਾਡਾ ਹੁੰਦਾ। ਇਸ ਕਰਕੇ ਅਸੀਂ ਮਨਮੁਖ ਤੇ ਮਨਮੁਖ ਰਹਿੰਦੇ ਹਾਂ, ਤੇ ਮਨਮੁਖ ਰਹਿਣ ਕਰਕੇ ਸਾਨੂੰ ਉਹ ਅਵਸਥਾ ਸਾਡੇ 'ਚ ਗੁਰਮੁਖ ਵਾਲੀ ਨਹੀਂ ਆਉਂਦੀ। ਇਸ ਕਰਕੇ ਜਿਹੜੀ ਬਾਣੀ ਦੇ ਵਿੱਚ ਇਹ ਗੱਲ ਕਹੀ ਗਈ ਹੈ, ਬਾਣੀ ਕੋਈ ਵਿਰਲਾ ਵਿਚਾਰ ਸੀ ਜੋ ਕੋਈ ਗੁਰਮੁਖ ਹੋਏ। ਤੇ ਗੁਰਮੁਖ ਅਸੀਂ ਨਾ ਹੋਣ ਕਰਕੇ ਬਾਣੀ ਨੂੰ ਸਿਰਫ ਅਸੀਂ ਪੜ੍ਹਨ ਪੜ੍ਹਾਉਣ ਤੱਕ ਹੀ ਇੱਕ ਪ੍ਰੋਫੈਸ਼ਨਲ ਦੇ ਰੂਪ ਵਿੱਚ ਯੂਜ਼ ਕਰਦੇ ਹਾਂ, ਤੇ ਇਸੇ ਕਰਕੇ ਅਸੀਂ ਸਾਡੀ ਗਹਿਰਾਈ 'ਚ ਨੂੰ ਅਸੀਂ ਨਹੀਂ ਪਕੜ ਪਾ ਰਹੇ। ਤੇ ਇਹਦੇ ਨਾਲ ਨਾਲ ਜਿਹੜੀ ਆਹ ਗੱਲ ਹੈਗੀ ਹੈ ਕਿ ਵੀ ਵਾਹਿਗੁਰੂ ਵਾਲੀ ਅਵਸਥਾ ਹੈ, ਇੱਥੇ ਇੱਕ ਹੋਰ ਚੀਜ਼ ਬੜੀ ਸਪਸ਼ਟ ਮੈਂ ਕਰਨ ਨੂੰ ਤੁਹਾਨੂੰ ਬੜੀ ਸਪਸ਼ਟ ਕਹਿਣਾ ਚਾਹੁੰਦਾ ਕਿ ਇੱਥੇ ਉਤਪਤ ਔਰ ਪਰਲੋ ਦੋਨੋਂ ਚੀਜ਼ਾਂ ਨਹੀਂ ਹੁੰਦੀਆਂ। ਉਤਪਤ ਪਰਲੋ ਜੋ ਕੁਝ ਵੀ ਉਹ ਨਾਮ ਵਿੱਚ ਹੁੰਦੀ ਹੈ, ਇੱਥੇ ਇਸ ਚੀਜ਼ ਤੋਂ ਬਿਲਕੁਲ ਅਡੋਲ ਹੈ। ਤਾਂ ਜਿਹੜੀ ਚੀਜ਼ ਜਿੱਥੇ ਉਤਪਤ ਵੀ ਨਾ ਹੋਵੇ, ਪਰਲੋ ਵੀ ਨਾ ਹੋਵੇ, ਉੱਥੇ ਮਨ ਕਿੱਥੇ ਟਿਕ ਸਕਦਾ? ਉੱਥੇ ਤਾਂ ਕੋਈ ਪੰਜ ਤੱਤਵ ਵੀ ਨਹੀਂ ਹੁੰਦੇ। ਜੇ ਪੰਜ ਤੱਤਵ ਨਹੀਂ ਤਾਂ ਉੱਥੇ ਕੋਈ ਮੂਵਮੈਂਟ ਨਹੀਂ ਹੁੰਦੀ। ਤੇ ਇਸੇ ਕਰਕੇ ਵਾਹਿਗੁਰੂ ਵਾਲੀ ਅਵਸਥਾ 'ਚ, ਨਾਮੀ ਵਾਲੀ ਅਵਸਥਾ ਵਿੱਚ, ਹੁਕਮੀ ਵਾਲੀ ਅਵਸਥਾ 'ਚ ਮਨ ਆਪੇ ਆਪ ਹੀ ਅਡੋਲ ਹੋ ਜਾਂਦਾ। ਇੱਥੇ ਆ ਕੇ ਮਨ ਦੀ ਜਿਹੜੀ ਪੱਟੀ ਹੈ ਆਪੇ ਆਪ ਹੀ ਸਾਫ਼ ਹੋ ਜਾਂਦੀ, ਕਿਉਂਕਿ ਇਸ ਕਰੰਟ ਦੇ ਨਾਲ ਮਨ ਇੱਥੇ ਰਹਿੰਦਾ ਹੀ ਨਹੀਂ। ਕਿਉਂਕਿ ਮਨ ਉੱਥੇ ਰਹਿੰਦਾ ਜਿੱਥੇ ਟਾਈਮ ਐਂਡ ਸਪੇਸ ਹੋਵੇ। ਜਿੱਥੇ ਟਾਈਮ ਐਂਡ ਸਪੇਸ ਹੈ ਨਹੀਂ ਉੱਥੇ ਮਨ ਰਹਿ ਹੀ ਨਹੀਂ ਸਕਦਾ। ਜਿੱਥੇ ਪਾਸਟ ਔਰ ਫਿਊਚਰ ਹੋਵੇ ਉੱਥੇ ਵੀ ਮਨ ਨਹੀਂ ਟਿਕਦਾ। ਮਨ ਕਿਸੇ ਮੰਤਰ ਜਾਪ ਕਰਕੇ ਟਿਕਣ ਦੀ ਕੋਸ਼ਿਸ਼ ਕਰਦਾ, ਉਹ ਵੀ ਥੋੜੀ ਦੇਰ ਟਿਕ ਸਕਦਾ, ਬਾਅਦ ਵਿੱਚ ਫਿਰ ਜੇ ਅਸੀਂ ਆਪਣੇ ਰੂਟੀਨ ਕੰਮਾਂ 'ਚ ਆ ਜਾਂਦੇ ਹਾਂ, ਮਨ ਫਿਰ ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਿੰਦਾ। ਤੇ ਮਨ ਨੂੰ ਕੰਟਰੋਲ ਕਰਨ ਵਾਸਤੇ ਸਾਨੂੰ ਵਾਹਿਗੁਰੂ ਵਾਲੀ ਅਵਸਥਾ, ਨਾਮੀ ਵਾਲੀ ਅਵਸਥਾ ਨੂੰ ਸਮਝਣਾ, ਉਸ ਅਵਸਥਾ ਨੂੰ ਅਨੁਭਵ ਕਰਨਾ, ਉਸ ਅਵਸਥਾ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨ ਨਾਲ ਮਨ ਦਾ ਕੋਈ ਫਿਰ ਉੱਥੇ ਹੋਂਦ ਹੀ ਨਹੀਂ ਰਹਿੰਦੀ, ਨਾ ਕੋਈ ਟਿਕ ਸਕਦਾ ਉੱਥੇ ਜਾ ਕੇ। ਤੇ ਇਸੇ ਕਰਕੇ ਜਿਹੜੇ ਕਹਿੰਦੇ ਨੇ ਮਨ ਨਹੀਂ ਟਿਕਦਾ, ਅਸੀਂ ਇੰਨੀ ਭਗਤੀ ਕਰਦੇ ਹਾਂ, ਉਹ ਭਗਤੀ ਕਿਸ ਵਿੱਚ ਕਰਦੇ ਅਸੀਂ? ਮੈਂ 2 ਘੰਟੇ ਭਗਤੀ ਕਰਦਾ, ਉਹ ਖੜਾ ਤਾਂ ਭਾਈ ਸਾਹਿਬ ਤੁਸੀਂ ਟਾਈਮ ਐਂਡ ਸਪੇਸ ਵਿੱਚ ਹੋ, ਭਗਤੀ ਦਾ ਕੋਈ ਅਸਰ ਹੀ ਨਹੀਂ ਹੋਣਾ ਤੁਹਾਡੇ ਤੇ। ਫਿਰ ਸਾਡੇ ਮਨ ਵਿੱਚ ਟਾਈਮ ਦਾ ਲੱਗਿਆ ਰਹਿੰਦਾ ਵੀ 2 ਘੰਟੇ ਹੋਣ ਵਾਲੇ, ਮੈਂ ਉੱਠਾਂ ਜੀ, ਮੇਰੇ ਕੋਲ ਹੋਰ ਭਗਤੀ ਨਹੀਂ ਹੁੰਦੀ, ਮੈਂ ਬੜੀ ਭਗਤੀ ਕਰ ਲਈ। ਤਾਂ ਇਹ ਜਿਹੜਾ ਅਸੀਂ ਟਾਈਮ ਐਂਡ ਕਨਸੈਪਟ ਲੈ ਕੇ
ਭਗਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉੱਥੇ ਭਗਤੀ ਨਹੀਂ ਹੁੰਦੀ। ਮਨ ਨਾਲ ਜਿੰਨੀ ਵੀ ਭਗਤੀ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਸਾਨੂੰ ਮਨਮੁਖ ਬਣਾਉਂਦੀ ਰਹਿੰਦੀ ਹੈ, ਸਾਡਾ ਗਲਤ ਡਾਇਰੈਕਸ਼ਨ ਲੈ ਲੈਂਦੀ ਹੈ। ਅਸੀਂ ਅਸਲੀ ਰਸਤੇ ਤੇ ਚੱਲ ਹੀ ਨਹੀਂ ਰਹੇ। ਅਸਲੀ ਰਸਤਾ ਤਾਂ ਇੱਕੋ ਹੀ ਹੈ ਕਿ ਸਭ ਤੋਂ ਉੱਪਰ ਸੱਚ ਹੈ, ਉਸ ਤੋਂ ਉੱਪਰ ਸੱਚਾਚਾਰ। ਹੁਣ ਅਸੀਂ ਸਾਰਾ ਕੁਝ ਕਰ ਲਾਂਗੇ, ਧਾਰਮਿਕ ਗੱਲਾਂ ਦਾ ਸਭ ਕੁਝ ਪੜ੍ਹਾ ਲਾਂਗੇ, ਕੀਰਤਨ ਵੀ ਸੁਣ ਲਾਂਗੇ, ਕਥਾ ਵੀ ਸੁਣ ਲਾਂਗੇ, ਬਾਣੀ ਵੀ ਪੜ੍ਹ ਲਾਂਗੇ, ਪਰ ਜਿਹੜੇ ਡੇਲੀ ਲਾਈਫ ਵਿੱਚ ਆਉਂਦੇ ਉਸ ਟਾਈਮ ਅਸੀਂ ਝੂਠ ਬੋਲ ਕੇ ਆਪਣੀ ਜਿੰਨੀ ਵੀ ਥੋੜ੍ਹੀ ਬਹੁਤੀ ਸਾਡੀ ਪ੍ਰਾਪਤੀ ਹੁੰਦੀ ਹੈ ਉਹ ਸਾਰੀ ਖਤਮ ਹੋ ਜਾਂਦੀ ਹੈ। ਤੇ ਇੱਥੇ ਇੱਕ ਬੱਚੇ ਨੂੰ ਇੱਕ ਉਹਦਾ ਫਾਦਰ ਕਹਿ ਰਿਹਾ ਕਿ ਬੇਟਾ ਮੇਰੇ ਨਾਲ ਗੁਰਦੁਆਰੇ ਚੱਲਿਆ ਕਰ। ਬੱਚਾ ਅੱਗੋਂ ਜਵਾਬ ਦਿੰਦਾ ਹੈ, ਉਹ ਬਾਪੂ ਤੂੰ 70 ਸਾਲ ਦਾ ਜਾ ਰਿਹਾ ਹੈ ਇਸ ਗੁਰਦੁਆਰੇ ਦੇ ਵਿੱਚ ਤੇ ਝੂਠ ਬੋਲਣਾ ਤਾਂ ਹਾਲੇ ਤੱਕ ਨਹੀਂ ਛੱਡਿਆ। ਤੇ ਇਹਦਾ ਮਤਲਬ ਹੈ ਕਿ ਉਹ ਬੱਚੇ ਨੂੰ ਬਾਪੂ ਤੋਂ ਜ਼ਿਆਦਾ ਨੌਲੇਜ ਹੈਗੀ, ਉਹ ਜ਼ਿਆਦਾ ਸੱਚ ਨਾਲ ਜੁੜਿਆ ਹੋਇਆ। ਤਾਂ ਪਹਿਲੀ ਗੱਲ ਤਾਂ ਹੈ ਕਿ ਸਾਡੀ ਜਿਹੜੇ ਬੱਚੇ ਪੈਦਾ ਹੁੰਦੇ ਨੇ ਉਹਨਾਂ ਨੂੰ ਅਸੀਂ ਪਹਿਲਾਂ ਤਾਂ ਗਲਤ ਰਸਤੇ ਤੇ ਲਾਉਂਦੇ ਹਾਂ, ਔਰ ਫਿਰ ਨਾਮ ਜਪਾਉਂਦੇ ਹਾਂ। ਨਾਮ ਜਪਣ ਦਾ ਕੰਮ ਜਿਹੜਾ ਉਹ ਮਨ ਨਾਲ ਕਰਦੇ ਹਾਂ, ਔਰ ਮਨ ਹੀ ਜਿਹੜਾ ਹੈ ਨਾ ਸਭ ਤੋਂ ਵੱਡੀ ਰੁਕਾਵਟ ਹੈ। ਸਾਨੂੰ ਜਿਹੜਾ ਅਟਕ ਦਰਿਆ ਹੈ ਉਹ ਉੱਥੇ ਹੀ ਅਟਕਾ ਕੇ ਰੱਖਦਾ, ਉਸ ਤੋਂ ਪਾਰ ਨਹੀਂ ਜਾਣਾ ਦੇਣਾ ਚਾਹੁੰਦਾ, ਜਾਂ ਸਾਡਾ ਭਵਸਾਗਰ ਪਾਰ ਨਹੀਂ ਹੁੰਦਾ। ਅਸੀਂ ਮਾਇਆ ਦੇ ਵਿੱਚ ਹੀ ਲਿਪਤ ਹੋਏ ਰਹਿੰਦੇ ਹੈਗੇ, ਉਹਦੇ ਵਿੱਚ ਹੀ ਸਾਡੀ ਤ੍ਰਿਪਤੀ ਆਪਣੇ ਆਪ ਨੂੰ ਸਮਝਦੇ, ਉਸੇ ਨੂੰ ਸਭ ਕੁਝ ਮੰਨ ਕੇ ਬੈਠ ਜਾਂਦੇ। ਤੋ ਇਹ ਜਿਹੜੀ ਵਾਹਿਗੁਰੂ ਵਾਲੀ ਅਵਸਥਾ ਹੈਗੀ ਹੈ, ਵਾਹਿਗੁਰੂ ਵਾਲੀ ਅਵਸਥਾ ਮਨ ਦੇ ਬਸ ਦੀ ਗੱਲ ਹੀ ਨਹੀਂ ਹੈ। ਉੱਥੇ ਨਾਮ ਹੀ ਜਾ ਸਕਦਾ, ਕਿਉਂਕਿ ਨਾਮ ਸੂਖਸ਼ਮ ਹੈ, ਬਹੁਤ ਸੂਖਸ਼ਮ ਹੈ। ਕਿਉਂਕਿ ਦੇਹ ਰੂਪੀ ਜਿਹੜਾ ਹਾਥੀ ਹੈ, ਸਾਡਾ ਸਰੀਰ ਰੂਪੀ ਹਾਥੀ ਹੈ, ਜਾਂ ਹਉਮੈ ਰੂਪੀ ਜਿਹੜਾ ਹਾਥੀ ਹੈ, ਉੱਥੇ ਤਾਂ ਜਾਣ ਵਾਸਤੇ ਉਹ ਉਨੀ ਬਰੀਕੀ ਵਿੱਚ ਹੁੰਦਾ ਨਹੀਂ, ਇਸ ਕਰਕੇ ਜਾ ਹੀ ਨਹੀਂ ਸਕਦਾ। ਤੇ ਬਾਰ-ਬਾਰ ਦੀਆਂ ਗੱਲਾਂ ਤੇ ਐਵੇਂ ਹੀ ਇਹ ਬੜਕਾ ਮਾਰਦਾ ਰਹਿੰਦਾ, ਮੈਂ ਇਹ ਕੀਤਾ, ਮੈਂ ਉਹ ਕੀਤਾ, ਮੈਂ ਇੰਨਾ ਜਾਪ ਕੀਤਾ, ਮੈਂ 5 ਬਾਣੀਆਂ ਦਾ ਪਾਠ ਕੀਤਾ। ਉਹ ਜਿੰਨਾ ਚਿਰ ਤੇਰੇ ਅੰਦਰ ਦੀ ਪਿਓਰਿਟੀ ਨਹੀਂ ਆਉਂਦੀ ਉਹਨਾਂ ਚਿਰ ਗੱਲ ਨਹੀਂ ਬਣਦੀ। ਤੇ ਵਾਹਿਗੁਰੂ ਜੀ ਨੂੰ ਅਸੀਂ ਸਮਝ ਨਹੀਂ ਰਹੇ। ਵਾਹਿਗੁਰੂ ਜੀ ਦਾ ਮਤਲਬ ਹੀ ਹੈ ਉਹ ਸੱਤ ਅਵਸਥਾ, ਤੇ ਇਸੇ ਕਰਕੇ ਕਿਹਾ ਗਿਆ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾ ਮਤਲਬ ਹੀ ਹੈਗਾ ਕਿ ਵਾਹਿਗੁਰੂ ਜਿਹੜਾ ਹੈਗਾ ਉਹ ਸੱਤ ਅਵਸਥਾ ਵਾਲਾ ਹੈਗਾ, ਜਿਹੜੀ ਸਭ ਤੋਂ ਐਕਸਟ੍ਰੀਮ ਵਾਲੀ ਹੈ, ਨਾਮੀ ਹੈ। ਔਰ ਖਾਲਸਾ ਜਿਹੜਾ ਨਾ ਉਹ ਨਾਮ ਹੈ, ਤੋ ਖਾਲਸਾ ਨਾਮ ਵਾਂਗੂ ਪਵਿੱਤਰ ਹੈ। ਇਸੇ ਕਰਕੇ ਜਿਹੜੀ ਉਹ ਫਤਿਹ ਦੀ ਗੱਲ ਕਹਿੰਦੇ ਨੇ, ਫਤਿਹ ਵੀ ਡੁਐਲਿਟੀ ਤੋਂ ਉੱਪਰ ਹੈ, ਹਾਰ ਜੀਤ ਤੋਂ ਉੱਪਰ ਹੈ। ਕਿਉਂਕਿ ਨਾਮ ਨਾਲ ਜਿਸ ਟਾਈਮ ਆਦਮੀ ਜੁੜ ਜਾਂਦਾ, ਪਿਓਰ ਹੋ ਜਾਂਦਾ, ਖਾਲਸਾ ਹੋ ਜਾਂਦਾ, ਉਹ ਜਿਹੜੀ ਮਨ ਦੀ ਡੁਐਲਿਟੀ ਹੈ ਉਸ ਤੋਂ ਉੱਪਰ ਹੋ ਜਾਂਦਾ। ਸਾਰਾ ਸੰਸਾਰ ਜਿਹੜਾ ਸਾਨੂੰ ਨਜ਼ਰ ਆ ਰਿਹਾ ਹੈਗਾ, ਇਹ ਸਾਨੂੰ ਮਨ ਕਰਕੇ ਹੀ ਨਜ਼ਰ ਆ ਰਿਹਾ। ਤੇ ਜੇ ਅਸੀਂ ਥੋੜੀ ਜੀ ਸਾਇੰਸ ਨੂੰ ਥੋੜੀ ਜਿਹੀ ਉਹਦੀ ਗਹਿਰਾਈ 'ਚ ਜਾਈਏ ਤਾਂ ਤੁਹਾਨੂੰ ਸਮਝ ਆ ਜਾਏਗੀ ਕਿ ਜਿਵੇਂ ਹੀ ਐਟਮ ਦੇ ਅਸੀਂ ਸਬ ਐਟੋਮਿਕ ਪਾਰਟ ਵਿੱਚ ਜਾਂਦੇ ਹਾਂ, ਜਿੱਥੇ ਕਿ ਕੁਆਂਟਮ ਮਕੈਨਿਜ਼ਮ ਬੋਲਦੇ ਨੇ, ਉਹਦੇ ਵੀ ਅੱਗੋਂ ਛੋਟੇ ਛੋਟੇ ਜਿਹੜੇ ਪਾਰਟ ਹੁੰਦੇ ਨੇ ਉਹਨੂੰ ਕੁਆਰਕਸ ਬੋਲਦੇ ਨੇ। ਉਸ ਤੋਂ ਅੱਗੇ ਚਲੇ ਜਾਂਦੇ ਹਾਂ ਤਾਂ ਉਹ ਫਿਰ ਗੋਡ ਪਾਰਟੀਕਲ ਬਣ ਜਾਂਦੇ ਨੇ। ਉਸ ਤੋਂ ਵੀ ਅੱਗੇ ਚਲੇ ਜਾਈਏ ਤਾਂ ਉਹ ਜਿਹੜੇ ਪਾਰਟੀਕਲ ਨੇ ਉਹਨਾਂ ਦੀ ਫਿਰ ਅੱਗੇ એનર્ਜੀ ਬਣ ਜਾਂਦੀ, ਜਿਹਨੂੰ ਕਹਿੰਦੇ ਨੇ ਮਾਸ ਨੂੰ ਕਨਵਰਟ ਕੀਤਾ ਜਾਏ ਤਾਂ ਉਹ એનર્ਜੀ ਬਣ ਜਾਂਦੀ ਹੈ, એનર્ਜੀ ਮਾਸ ਹੀ ਬਣ ਜਾਂਦਾ। ਇਹ ਜਿਹੜੀ ਅਵਸਥਾ ਜਿੱਥੇ ਗੋਡ ਪਾਰਟੀਕਲ ਹੁੰਦੇ ਨੇ, ਇਹਦੇ ਖਾਸ ਗੱਲ ਹੈਗੀ ਜਿਹੜੀ ਸਮਝਣ ਵਾਲੀ ਹੈਗੀ ਹੈ ਕਿ ਇਹ ਗੋਡ ਪਾਰਟੀਕਲ ਨੂੰ ਜੋ ਕੋਈ ਮਨ ਜਿਸ ਟਾਈਮ ਕੋਈ ਅਬਜ਼ਰਵ ਕਰਦਾ ਹੈ ਤਾਂ ਇਹ ਇੱਕ ਪਾਰਟੀਕਲ ਬਣ ਜਾਂਦੇ ਨੇ। ਤੇ ਜਿਸ ਟਾਈਮ ਇਹਨੂੰ ਕੋਈ ਅਬਜ਼ਰਵ ਕਰਨ ਵਾਲਾ ਨਹੀਂ ਬਣਦਾ ਤੇ ਇਹ ਲਹਿਰਾਂ ਹੁੰਦੀਆਂ ਨੇ, ਫਿਰ ਵਾਈਬ੍ਰੇਸ਼ਨ ਹੁੰਦੀਆਂ ਨੇ, ਜਿਹੜੀ ਕਿ ਨਾਮ ਦੀਆਂ ਵਾਈਬ੍ਰੇਸ਼ਨ ਹੈ ਅਸਲ ਵਿੱਚ। ਤਾਂ ਇਹ ਅਬਜ਼ਰਵਰ ਨਾਲ ਕਿਉਂ ਠੋਸ ਬਣ ਜਾਂਦੀਆਂ ਨੇ, ਪਾਰਟੀਕਲ ਬਣ ਜਾਂਦੇ ਨੇ, ਇਹ ਤਾਂ ਪਰਮਾਤਮਾ ਹੀ ਜਾਣ ਸਕਦਾ। ਕਿਉਂਕਿ ਉਸ ਨੂੰ ਸਮਝਣ ਵਾਸਤੇ ਸਾਨੂੰ ਜਿੰਨਾ ਚਿਰ ਸਾਡੀ ਵਿਵੇਕ ਬੁੱਧੀ ਨਹੀਂ ਜਾਗਦੀ, ਅਸੀਂ ਨਾਮ ਨਾਲ ਨਹੀਂ ਜੁੜਦੇ। ਕਿਉਂਕਿ ਅਗਲੀ ਜਿਹੜੀ ਅਵਸਥਾ ਨਾ ਉਹ ਨਾਮ ਹੀ ਅੱਗੇ ਲਿਜਾ ਸਕਦਾ, ਇਹ ਸਰੀਰ ਤੇ ਬੁੱਧੀ ਤੇ ਮਨ ਅੱਗੇ ਨਹੀਂ ਜਾ ਸਕਦਾ, ਨਾ ਇਹਨਾਂ ਦੀ ਕੋਈ ਔਕਾਤ ਹੈ ਕਿ ਅੱਗੇ ਜਾ ਸਕੀ। ਤੇ ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਅਸੀਂ ਵਾਹਿਗੁਰੂ ਦੇ ਬਾਰੇ ਹੋਰ ਕੁਝ ਜਾਣਦੇ ਹਾਂ, ਕਿਉਂਕਿ ਧੁਰਕੀ ਬਾਣੀ ਜਿਹੜੀ ਹੈਗੀ ਹੈ ਇਹ ਵੀ ਵਾਹਿਗੁਰੂ ਵਾਲੀ ਅਵਸਥਾ ਤੋਂ ਨਾਮੀ ਤੋਂ ਆਉਂਦੀ ਹੈ। ਧੁਰਕੀ ਬਾਣੀ ਆਈ ਤੇ ਸਗਲੀ ਚਿੰਤ ਮਿਟਾਈ। ਇਸੇ ਤਰ੍ਹਾਂ ਹੀ ਜਿਹੜਾ ਇੱਕ ਸ਼ਬਦ ਬੋਲਿਆ ਗਿਆ ਹੈਗਾ, ਫਿਰ ਕਰ ਵੈਸੋ ਹਰਜਨ ਪਿਆਰੇ ਸਤਿਗੁਰੂ ਤੁਮਰੇ ਕਾਜ ਸਵਾਰੇ। ਇਹਦੇ ਵਿੱਚ ਜਿਹੜੀ ਅਸਲ ਗੱਲ ਉਹ ਹੈਗੀ ਹੈ ਕਿ ਵਾਹਿਗੁਰੂ ਜਿਹੜਾ ਹੈਗਾ ਉਹ ਅਡੋਲ ਹੈ, ਉਸੇ ਨੂੰ ਸਵਸਥ ਵੀ ਬੋਲਦੇ ਨੇ। ਸਵਸਥ ਦਾ ਮਤਲਬ ਹੁੰਦਾ ਸਵੈਂ ਕੇ ਅੰਦਰ ਸਥਿਰ ਹੋ ਜਾਣਾ, ਕਿਉਂਕਿ ਉੱਥੇ ਕੋਈ ਬਿਮਾਰੀ ਨਹੀਂ, ਵਾਹਿਗੁਰੂ ਦੇ ਅੰਦਰ ਕੋਈ ਬਿਮਾਰੀ ਨਹੀਂ। ਬਿਮਾਰੀ ਤਾਂ ਸਾਡੇ ਮਨ ਦੇ ਵਿੱਚ ਹੈਗੀ ਹੈ ਨਾ, ਮਨ ਕਰਕੇ ਫਿਰ ਸਰੀਰ ਪ੍ਰਗਟ ਹੁੰਦੀ ਹੈ। ਤਾਂ ਜਿਹੜੇ ਨਾਮ ਨੂੰ ਸਾਨੂੰ ਪਤਾ ਲੱਗ ਜਾਂਦਾ ਹੈ, ਨਾਮ ਦਾ ਫਿਰ ਨਾਮ ਹੀ ਸਾਡੇ ਅੰਦਰ ਸਿਮਰਨ ਕਰਦਾ ਤੇ ਨਾਮ ਹੀ ਸਾਨੂੰ ਵਾਹਿਗੁਰੂ ਦੇ ਅੰਦਰ ਲੈ ਜਾਂਦਾ। ਤਾਂ ਨਾਮ ਹੀ ਸਾਨੂੰ ਵਾਹਿਗੁਰੂ ਦੇ ਵਿੱਚ ਜਾ ਕੇ ਸਾਡਾ ਜਿਹੜਾ ਨਿਜ ਘਰ ਹੈਗਾ ਉੱਥੇ ਜਾ ਕੇ ਅਡੋਲ ਸਾਨੂੰ ਥਿਰ ਕਰਕੇ ਬੈਸਣ ਦਾ ਜਿਹੜੀ ਸਾਰੀ ਕਿਰਿਆ ਉਹ ਨਾਮ ਹੀ ਕਰਦਾ, ਬੰਦੇ ਦੇ ਵੱਸ ਨਹੀਂ ਗੱਲ। ਉੱਥੇ ਜਾ ਕੇ ਫਿਰ ਸਤਿਗੁਰੂ ਜਿਹੜਾ ਹੈਗਾ, ਸਤਿਗੁਰੂ ਹੀ ਨਾਮ ਹੈ, ਉਹਦੇ ਵਿੱਚ ਹੀ ਹੁਕਮ ਵੀ ਹੁੰਦਾ ਤੇ ਉਹਦੇ ਵਿੱਚ ਹੀ ਅੰਮ੍ਰਿਤ ਰਸ ਵੀ ਹੁੰਦਾ। ਤੇ
ਉਹ ਫਿਰ ਸਾਰੇ ਕੰਮ ਕਰਦਾ ਜਿਹੜੀ ਕਿ ਨੀਡ ਹੁੰਦੀ ਹੈ ਬੰਦੇ ਨੂੰ, ਜਿਹੜੀ ਚੀਜ਼ ਦੀ ਨੀਡ ਹੁੰਦੀ ਹੈ ਉਸ ਅਵਸਥਾ ਤੇ। ਮੈਂ ਇਹ ਸ਼ਬਦ ਫਿਰ ਕਦੀ ਬੋਲ ਦਿਆਂਗਾ ਕਿਉਂਕਿ ਫਿਰ ਹੋਰ ਵੀ ਕਾਫੀ ਗੱਲ ਹੋਰ ਕਰਨੀ ਹੈ ਤੁਹਾਡੇ ਨਾਲ। ਤੋ ਇਹ ਜਿਹੜੀ ਚੀਜ਼ ਹੈਗੀ ਹੈ, ਇੱਕ ਹੈਗਾ ਵਾਹਿਗੁਰੂ, ਇੱਕ ਹੈਗਾ ਸਤਿਗੁਰੂ ਤੇ ਇੱਕ ਹੈਗਾ ਗੁਰੂ। ਗੁਰੂ ਜਿਹੜਾ ਹੈਗਾ ਉਹ ਆਦ ਅੰਤ ਵਿੱਚ ਹੈਗਾ, ਸਤਿਗੁਰੂ ਦਾ ਆਦ ਹੈਗਾ ਪਰ ਅੰਤ ਨਹੀਂ ਹੈਗਾ, ਵਾਹਿਗੁਰੂ ਦਾ ਨਾ ਆਦ ਹੈ ਨਾ ਅੰਤ ਹੈ। ਤੋ ਇਹਨਾਂ ਚੀਜ਼ਾਂ ਨਾਲ ਜਿਵੇਂ ਜਿਵੇਂ ਸਾਨੂੰ ਇਹ ਸਮਝ ਆ ਜਾਏਗੀ ਕਿ ਅਸੀਂ ਅਡੋਲ ਹੋ ਕੇ ਕਿੱਥੇ ਬੈਠਣਾ, ਇਹ ਗੁਰਮੁਖ ਅਵਸਥਾ ਬਣ ਕੇ ਹੀ ਅਸੀਂ ਸਮਝ ਪਾਵਾਂਗੇ, ਮਨਮੁਖਤਾ ਨਾਲ ਨਹੀਂ ਸਮਝ ਪਾਵਾਂਗੇ। ਤੋ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਜਿਹੜੇ ਪ੍ਰਚਾਰਕ ਨੇ ਉਹ ਮਨਮੁਖ ਨਹੀਂ ਹੋ ਸਕਦੇ, ਮੋਸਟਲੀ ਉਹ ਵੀ ਮਨਮੁਖ ਖੜੇ ਨੇ ਕਿਉਂਕਿ ਉਹਨਾਂ ਨੇ ਇਹਨੂੰ ਪ੍ਰੋਫੈਸ਼ਨ ਬਣਾ ਲਿਆ। ਇਸੇ ਕਰਕੇ ਗੁਰਮੁਖ ਹੋਣਾ, ਜਿਹੜਾ ਵੀ ਕੋਈ ਵਿਰਲਾ ਗੁਰਮੁਖ ਹੈਗਾ ਉਹ ਬਾਣੀ ਨੂੰ ਵਿਚਾਰ ਵੀ ਰਿਹਾ, ਐਸੀ ਗੱਲ ਨਹੀਂ ਹੈ, ਪਰ ਵਿਰਲੇ ਬਹੁਤ ਘੱਟ ਨੇ। ਔਰ ਜਿਹੜੇ ਕਹਿੰਦੇ ਨੇ ਕਿ ਅਸੀਂ ਵਿਰਲੇ ਹੋ ਨਹੀਂ ਸਕਦੇ, ਉਹਨਾਂ ਦੀ ਆਪਣੀ ਵੀ ਪ੍ਰੋਗਰੈਸ ਜਿਹੜੀ ਡੀਪ ਪ੍ਰੋਗਰੈਸ ਨਹੀਂ ਹੋਈ ਹੁੰਦੀ, ਉਹ ਦੂਜਿਆਂ ਨੇ ਵੀ ਰੋਕਣ ਦੀ ਕੋਸ਼ਿਸ਼ ਕਰਦੇ ਨੇ, ਚਾਹੇ ਉਹ ਕਿੱਡੇ ਵੱਡੇ ਬਾਬੇ ਹੋਣ, ਕਿੱਡਾ ਵੱਡਾ ਉਹਨਾਂ ਦਾ ਡੇਰਾ ਹੋਵੇ, ਕਿੱਡੇ ਵੱਡੇ ਪ੍ਰਚਾਰਕ ਹੋਣ, ਜਦੋਂ ਸਾਰੀ ਦੁਨੀਆ ਵੀ ਉਹਨਾਂ ਨੂੰ ਮੰਨਦੀ ਹੋਵੇ, ਤਾਂ ਵੀ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹਨਾਂ ਦਾ ਕੋਈ ਪ੍ਰਵਾਨ ਹੋਣਾ ਪੋਸੀਬਲ ਹੈ ਹੀ ਨਹੀਂ। ਤਾਂ ਅਸਲ ਗੱਲ ਇਹ ਹੈਗੀ ਆ, ਅਸੀਂ ਕੋਈ ਵੀ ਕੰਮ ਕਰਦੇ ਹੋਈਏ ਤੇ ਕੰਮ ਕਰਦੇ ਕਰਦੇ ਜੇ ਤਾਂ ਉਹ ਕੰਮ ਸਾਡੇ ਪ੍ਰਵਾਨ ਹੋਣੇ ਨੇ ਪਰਮਾਤਮਾ ਦੀ ਦਰਗਾਹ ਦੇ ਵਿੱਚ, ਫਿਰ ਤਾਂ ਸਾਡੀ ਮੁਕਤੀ ਵੀ ਹੋ ਜਾਣੀ ਤੇ ਅਸੀਂ ਪਰਮਾਤਮਾ ਦੇ ਅਕਾਰਡਿੰਗ ਆਪਣੇ ਜੀਵਨ ਜੀ ਰਹੇ ਹਾਂ, ਉਹਦੇ ਹੁਕਮ ਵਿੱਚ ਜੀ ਰਹੇ ਹਾਂ। ਉਸ ਅਵਸਥਾ ਨੂੰ ਸਮਝ ਕੇ ਫਿਰ ਸਾਨੂੰ ਇਹ ਗੱਲ ਸਮਝ ਆ ਜਾਂਦੀ ਹੈ, ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇ। ਜਿਹੜਾ ਕਿ ਪਰਮਾਤਮਾ ਦੇ ਭਾਣੇ ਨੂੰ ਮੰਨ ਲੈਂਦਾ, ਉਸ ਭਾਣੇ ਨੂੰ ਐਕਸੈਪਟ ਕਰ ਲੈਂਦਾ, ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਹੁਣ ਸ਼ੇਅਰ ਕੀਤੀਆਂ ਨੇ, ਉਹਨੂੰ ਤਾਂ ਦਾਤੇ ਦੀ ਦਾਤ ਮਿਲ ਜਾਂਦੀ ਹੈ। ਤੇ ਜਿਹੜਾ ਉਸ ਭਾਣੇ ਨੂੰ ਐਕਸੈਪਟ ਨਹੀਂ ਕਰਦਾ, ਆਪਣੇ ਭਾਣੇ ਨੂੰ ਸਭ ਕੁਝ ਮੰਨੀ ਬੈਠਾ ਕਿ ਮੈਂ ਸਭ ਕੁਝ ਕਰ ਲਾਂਗਾ, ਮੈਂ ਦੁਨੀਆ ਦੇ ਵਿੱਚ ਕ੍ਰਾਂਤੀ ਲਿਆ ਸਕਾਂਗਾ, ਮੈਂ ਇਹ ਕਰ ਦਿਆਂਗਾ ਉਹ ਕਰ ਦਿਆਂ, ਉਹ ਗਲਤਫਹਿਮੀ 'ਚ ਹੈ। ਕ੍ਰਾਂਤੀ ਪਰਮਾਤਮਾ ਹੀ ਲਿਆ ਸਕਦਾ ਔਰ ਪਰਮਾਤਮਾ ਹੀ ਦੂਜੇ ਨੂੰ ਚੇਂਜ ਕਰ ਸਕਦਾ, ਬੰਦੇ ਦੇ ਕੋਈ ਵੱਸ ਹੀ ਨਹੀਂ ਕਿ ਕਿਸੇ ਨੂੰ ਚੇਂਜ ਕਰ ਸਕੇ। ਇਹ ਤਾਂ ਗੁਰੂ ਨਾਨਕ ਜੀ ਵਰਗੇ ਮਹਾਨ ਪੁਰਸ਼ ਸੀ ਜਿਨ੍ਹਾਂ ਨੇ ਭਾਈ ਲਹਿਣਾ ਨੂੰ ਚੇਂਜ ਕਰਕੇ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਦੀ ਗੱਦੀ ਦਿੱਤੀ ਸੀ। ਬੰਦੇ ਦੇ ਵੱਸ ਨਹੀਂ ਹੈਗਾ ਗੱਲ, ਤੇ ਐਵੇਂ ਕੋਈ ਬੜਕਾਂ ਜਿੰਨੀਆਂ ਮਰਜ਼ੀ ਮਾਰ ਲੈ ਗੱਲ ਨਹੀਂ ਬਣ ਸਕਦੀ। ਸਾਨੂੰ ਡੀਪ ਜਾਣਾ, ਆਪਣੇ ਅੰਦਰ ਜਾਣਾ। ਹੁਣ ਅਸਲ ਗੱਲ ਇਹ ਹੈਗੀ ਹੈ ਕਿ ਵਾਹਿਗੁਰੂ ਵੀ ਤੁਹਾਡੇ ਅੰਦਰ ਹੈ, ਸਤਿਗੁਰੂ ਵੀ ਤੁਹਾਡੇ ਅੰਦਰ ਹੈ, ਸ਼ਬਦ ਵੀ ਤੁਹਾਡੇ ਅੰਦਰ ਹੈ, ਨਾਮ ਵੀ ਤੁਹਾਡੇ ਅੰਦਰ ਹੈ। ਤੇ ਇੱਥੋਂ ਇੱਕ ਚੀਜ਼ ਸਾਨੂੰ ਸਮਝਣ ਵਾਲੀ ਗੱਲ ਹੈ, ਜਿਹੜੀ ਅੰਮ੍ਰਿਤ ਰਸ ਦੀ ਗੱਲ ਕਰਦੇ ਹਾਂ ਗਿਆ, ਅੰਮ੍ਰਿਤ ਰਸ ਵੀ ਸਾਨੂੰ ਡੀਪ ਜਾਣ ਨਾਲ ਹੀ ਸਮਝ ਆਉਂਦੀ ਹੈ, ਜਿੰਦੇ ਬਾਰੇ ਕਿਹਾ ਗਿਆ ਅੰਤਰ ਕੂੰਟਾ ਅੰਮ੍ਰਿਤ ਭਰਿਆ ਸ਼ਬਦ ਕਾੜ ਪੀਏ ਪਨਿਆਰੀ। ਇੱਥੇ ਜਿਹੜਾ ਸ਼ਬਦ ਦੀ ਸ਼ਕਤੀ ਦੀ ਗੱਲ ਕੀਤੀ ਗਈ ਹੈ, ਜਿਹਨੂੰ ਮੈਂ ਜੋਤ ਰੂਪ ਕਿਹਾ ਹੈਗਾ, ਸਭ ਮੈਂ ਜੋਤ, ਜੋਤ ਹੈ ਸੋਈ, ਉਸ ਜੋਤ ਦੀ ਸ਼ਕਤੀ ਨਾਲ ਹੀ ਅਸੀਂ ਅੰਦਰੋਂ ਅੰਮ੍ਰਿਤ ਕੱਢ ਕੇ ਪੀ ਸਕਦੇ ਹਾਂ, ਜਿਹਨੂੰ ਇੱਕ ਦੂਜੇ ਸ਼ਬਦ ਵਿੱਚ ਵੀ ਕਿਹਾ ਗਿਆ ਹੈ, ਉੱਪਰ ਕੂਪ ਗਗਨ ਪਨਿਹਾਰੀ ਅੰਮ੍ਰਿਤ ਪੀਵਨ ਹਾਰਾ, ਜਿਸ ਕੀ ਇਹ ਰਚਨਾ ਸੋ ਬਿਦ ਜਾਣੇ ਗੁਰਮੁਖ ਗਿਆਨ ਵਿਚਾਰਾ। ਤੋ ਕਹਿਣ ਦਾ ਭਾਵ ਹੈ ਕਿ ਅਸੀਂ ਬਹੁਤ ਵਿਧੀਆਂ ਪਕੜਨ ਦੀ ਕੋਸ਼ਿਸ਼ ਕਰਦੇ ਹਾਂ, ਕਿਹੜੀ ਵਿਧੀ ਨਾਲ ਪ੍ਰਭੂ ਨੂੰ ਮਿਲੀਏ। ਇਹ ਬਾਣੀ ਸਾਫ਼ ਕਰ ਰਹੀ ਹੈ ਕਿ ਜਿਸ ਕੀ ਇਹ ਰਚਨਾ ਸੋ ਬਿਦ ਜਾਣੇ, ਵੀ ਕਿਸ ਆਦਮੀ ਨੂੰ ਉਸਨੇ ਅੰਮ੍ਰਿਤ ਰਸ ਪਿਆਣਾ ਹੈ, ਨਹੀਂ ਪਿਆਣਾ। ਔਰ ਜਿਹੜਾ ਬਾਹਰ ਦਾ ਅਸੀਂ ਅੰਮ੍ਰਿਤ ਪੀਂਦੇ ਹੈਗੇ ਆ, ਉਹ ਖੰਡੇ ਬਾਟੇ ਦਾ ਅੰਮ੍ਰਿਤ ਪੀ ਕੇ ਅਸੀਂ ਜਿਹੜਾ ਸਾਡੇ ਅੰਦਰ ਅਸਲੀ ਅੰਮ੍ਰਿਤ ਹੈ, ਉਸ ਅੰਮ੍ਰਿਤ ਦਾ ਨਾਂ ਇਮੋਰਟਲ ਲਾਈਫ ਵੀ ਕਿਹਾ ਗਿਆ। ਔਰ ਜਿਹੜੀ ਅਸੀਂ ਆ ਲਾਈਫ ਜੀ ਰਹੇ ਹਾਂ, ਇਹ ਮੋਰਟਲ ਲਾਈਫ ਹੈ, ਇਹਨੇ ਇੱਕ ਦਿਨ ਖਤਮ ਹੋ ਜਾਣਾ ਹੈ। ਤੇ ਖੰਡੇ ਬਾਟੇ ਦਾ ਅੰਮ੍ਰਿਤ ਪੀ ਕੇ ਅਸੀਂ ਇਮੋਰਟਲ ਜਿਹੜਾ ਸਾਡੇ ਅੰਦਰ ਅੰਮ੍ਰਿਤ ਹੈ, ਉਹ ਜਿਹੜਾ ਜੀਵਨ ਹੈ, ਉਹਨੂੰ ਪੀ ਕੇ ਉਹਦੇ ਵਿੱਚ ਨਹਾ ਕੇ ਟੁੱਬੀਆਂ ਲਾ ਕੇ ਅਸੀਂ ਵੀ ਅਮਰ ਹੋ ਸਕਦੇ ਹਾਂ, ਜਿਵੇਂ ਬਾਕੀ ਸਾਰੇ ਗੁਰੂ ਹੋਏ ਨੇ। ਤੋ ਇਹ ਗੱਲ ਨਹੀਂ ਕਿ ਜੋ ਗੁਰੂ ਗੋਬਿੰਦ ਸਿੰਘ ਨੇ ਪ੍ਰਾਪਤ ਕੀਤਾ ਜ਼ਿੰਦਗੀ ਜਾਂ ਜਿਹੜੇ ਗੁਰੂ ਨਾਨਕ ਨੇ ਕੀਤਾ ਔਰ ਉਹ ਅਸੀਂ ਨਹੀਂ ਕਰ ਸਕਦੇ। ਕਿਰਪਾ ਨਾਲ ਅਸੀਂ ਵੀ ਕਰ ਸਕਦੇ ਹਾਂ ਜੇ ਉਹਨਾਂ ਦੇ ਰਸਤੇ ਹੋਏ ਚੱਲਾਂਗੇ। ਕਿਉਂਕਿ ਇਸ ਗੱਲ ਨੂੰ ਟੈਸਟੀਫਾਈ ਆਪਣੇ ਈਸਾ ਮਸੀਹ ਨੇ ਵੀ ਕੀਤਾ। ਉਹ ਇਹ ਕਹਿੰਦਾ ਕਿ ਮੈਂ ਜੋ ਚੀਜ਼ ਜ਼ਿੰਦਗੀ 'ਚ ਪਾ ਸਕਿਆ ਉਹ ਤੁਸੀਂ ਵੀ ਪਾ ਸਕਦੇ ਹੋ। ਔਰ ਉਹ ਹੀ ਗੱਲਾਂ ਗੁਰੂ ਨਾਨਕ ਜੀ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਹੀਆਂ ਨੇ। ਤੇ ਸਾਡੇ ਜੀਵਨ ਵਿੱਚ ਵੀ ਉਹ ਜਿਹੜੀ ਲਾਈਟ ਜਗ ਸਕਦੀ ਹੈ, ਜਿਵੇਂ ਲਾਈਟ ਗੁਰੂ ਅੰਗਦ ਦੇਵ ਜੀ ਵਿੱਚ ਗੁਰੂ ਨਾਨਕ ਜੀ ਨੇ ਜਲਾਈ ਸੀ। ਤੋ ਜਿਹੜੇ ਕਹਿੰਦੇ ਨੇ ਕਿ ਇਹ ਤਾਂ ਪੋਸੀਬਲ ਹੀ ਨਹੀਂ ਹੈ, ਤੋ ਚਾਹੇ ਉਹ ਕਿੱਡੀ ਅਵਸਥਾ ਤੇ ਹੋਣ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਅਗਿਆਨਤਾ ਨੇ ਘੇਰਿਆ ਹੋਇਆ। ਉਹ ਵੀ ਕਿਤੇ ਨਾ ਕਿਤੇ ਮਨਮੁਖ ਨੇ, ਉਹ ਵੀ ਜਿਹੜੀ ਭਵ ਸਾਗਰ ਦਾ ਅਟਕਾਵ ਉਹਨਾਂ ਨੂੰ ਵੀ ਲੱਗਿਆ ਹੋਇਆ। ਭਾਵੇਂ ਉਹ ਕਿੱਡੇ ਵੱਡੇ ਜ਼ਿੰਦਗੀ ਦੇ ਵਿੱਚ ਬਣੇ ਹੋਣ, ਭਾਵੇਂ ਸਾਰੀ ਦੁਨੀਆ ਵੀ ਉਹਨਾਂ ਦੀ ਫਾਲੋਅਰ ਕਿਉਂ ਨਾ ਬਣੀ ਹੋਵੇ, ਫਿਰ ਵੀ ਉਹ ਕਿਤੇ ਨਾ ਕਿਤੇ ਅਟਕੇ ਹੋਏ ਨੇ। ਤੇ ਇਸ ਅਟਕਾਵ ਨੂੰ ਦੂਰ ਕਰਨ ਵਾਸਤੇ ਸਾਨੂੰ ਵਾਹਿਗੁਰੂ ਨੂੰ ਜਿਹੜੇ ਸਾਡੇ ਅੰਦਰ ਸਮਝ ਆ ਜਾਂਦੀ ਹੈ, ਅਸੀਂ ਉਹਨੂੰ
ਇੱਕਮਿਕ ਹੋ ਕੇ ਉਹਦੇ ਨਾਲ ਜੁੜ ਜਾਂਦੇ ਹਾਂ। ਤੇ ਕਿਸੇ ਨੇ ਬੜਾ ਸੋਹਣਾ ਅੱਜ ਗਾਣਾ ਵੀ ਗਾਇਆ ਕਿ ਵੈਗਰੂ ਕਾ ਚੋਲਾ ओढ़ के मैं तेरे रंग में रंग चली। ये जीव इस्त्री ਦੀ ਇੱਕ ਕਹਾਣੀ ਹੈ ਕਿ ਜਿਸ ਟਾਈਮ ਮੈਂ ਵੈਗਰੂ ਦਾ ਨਾਮ ਦਾ ਚੋਲਾ ओढ़ ਲੈਂਦੀ ਹਾਂ ਤਾਂ ਤੇਰੇ ਰੰਗ ਵਿੱਚ ਰੰਗੀ ਜਾਂਦੀ ਹੈ। ਔਰ ਇਹ ਚੀਜ਼ ਬਾਣੀ ਦੇ ਵਿੱਚ ਕਹੀ ਗਈ ਹੈ ਕਿ ਇਸ ਤਰ੍ਹਾਂ ਕਹੀ ਗਈ ਹੈ ਜਿਹੜੀ ਜਿੱਥੇ ਗੱਲ ਕਹੀ ਗਈ ਹੈ ਕਿ ਪਾਪਾਂ ਕੇ ਸੰਗ ਜਿਸ ਟਾਈਮ ਸਾਡੀ ਮਤ ਪਾਪਾਂ ਕੇ ਸੰਗ ਭਰ ਜਾਂਦੀ ਹੈ ਤੇ ਉਹ ਧੋਪੇ ਨਾਵੇਂ ਕੇ ਸੰਗ, ਨਾਵੇਂ ਦੇ ਸੰਗ ਨਾਲ ਉਹ ਧੋਪੀ ਜਾਂਦੀ ਹੈਗੀ ਹੈ। ਤੇ ਨਾਵੇਂ ਦੇ ਸੰਗ ਨਾਲ ਧੋ ਕੇ ਹੀ ਫਿਰ ਅਸੀਂ ਸੱਚ ਤੋਂ ਫਿਰ ਸੱਤ ਅਵਸਥਾ ਨੂੰ ਸਮਝ ਸਕਦੇ ਹਾਂ। ਇਹ ਗੱਲ ਅੱਗੇ ਵੀ ਮੈਂ ਕਹੀ ਥੋੜੀ ਜਿਹੀ ਫਿਰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿਹੜੀ ਸੱਤ ਅਵਸਥਾ ਹੈਗੀ ਵੈਗਰੂ ਵਾਲੀ ਉਹ ਤਮੋ ਗੁਣੋ ਰਜੋ ਗੁਣੋ ਸਤੋ ਗੁਣੀ ਵਾਲੀ ਤੋਂ ਅਵਸਥਾ ਤੋਂ ਉੱਪਰ ਹੈਗੀ ਹੈ। ਉਹ ਉਹਨਾਂ ਅਵਸਥਾ 'ਚ ਨਹੀਂ ਹੈ। ਬਹੁਤ ਸੇ ਲੋਕ ਉਸ ਸੱਤ ਤੇ ਅਸੱਤ ਨੂੰ ਹੀ ਸਮਝ ਕੇ ਸੱਤ ਮੰਨ ਕੇ ਬੈਠੇ ਨੇ। ਇਹ ਅਵਸਥਾ ਉਹ ਹੈ ਜਿੱਥੇ ਸਾਨੂੰ ਸ਼ਬਦ ਦੁਆਰਾ ਸਾਡੇ ਅੰਦਰ ਵਿਸਮਾਦ ਪੈਦਾ ਹੋਣਾ ਸ਼ੁਰੂ ਹੋ ਜਾਂਦਾ, ਸਾਡੀ ਹਉਮੈ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਅਲਟੀਮੇਟਲੀ ਜਿੱਥੇ ਹਉਮੈ ਰਹਿੰਦੀ ਹੀ ਨਹੀਂ, ਜਿੱਥੇ ਨਾ ਕੋਈ ਪੰਜ ਤੱਤਵ ਹੁੰਦੇ ਨੇ ਤੇ ਨਾ ਕੋਈ ਸਾਡਾ ਮਨ ਹੁੰਦਾ, ਮਨ ਜ਼ੀਰੋ ਹੋ ਜਾਂਦਾ ਸਹਿਜ ਅਵਸਥਾ 'ਚ ਆ ਕੇ, ਜਿੱਥੇ ਉਤਪਤ ਪਰਲੋ ਹੀ ਨਹੀਂ ਹੁੰਦੀ। ਉਹ ਜਿਹੜੀ ਅਵਸਥਾ ਹੈ ਉਹ ਸਾਡੀ ਜਿਹੜੀ ਅਵਸਥਾ ਬਹੁਤ ਹੀ ਡੀਪ ਹੁੰਦੀ ਹੈ। ਉਸ ਡੀਪ ਅਵਸਥਾ ਵਾਸਤੇ ਅਸੀਂ ਪੈਦਾ ਹੋਏ ਹਾਂ। ਤੇ ਜਿਸ ਟਾਈਮ ਸਾਡਾ ਮਨ ਉਸ ਅਵਸਥਾ ਨੂੰ ਸਮਝ ਲੈਂਦਾ ਜਿੱਥੇ ਉਤਪਤ ਪਰਲੋ ਹੀ ਨਹੀਂ ਹੈ, ਉਹ ਜਿਹੜੀ ਅਵਸਥਾ ਸਾਡੇ ਵਾਸਤੇ ਪਰਫੈਕਟ ਸਾਨੂੰ ਬਣਾਉਣ ਦੀ ਅਵਸਥਾ ਹੈਗੀ ਹੈ। ਇਸੇ ਨੂੰ ਕਿਹਾ ਗਿਆ ਹੈਗਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸਾਡਾ ਜਿਹੜਾ ਜਨਮ ਹੋਇਆ ਪਰਮਾਤਮਾ ਨੇ ਆਪਣੇ ਰੂਪ ਵਿੱਚ ਘੜਿਆ, ਪਰਫੈਕਟ ਹੀ ਬਣਾ ਕੇ ਉਹਨੇ ਸਾਨੂੰ ਦੁਨੀਆ 'ਚ ਭੇਜਿਆ ਤੇ ਅਸੀਂ ਪਰਫੈਕਟ ਹੋ ਕੇ ਦੁਨੀਆ ਤੋਂ ਜਾਣਾ। ਤਾਂ ਸਾਡਾ ਜਿਹੜਾ ਉਦੇਸ਼ ਹੈ ਇਸ ਦੁਨੀਆ 'ਚ ਆ ਕੇ ਪੂਰਨ ਹੋਇਆ। ਔਰ ਫਿਰ ਅਸੀਂ ਦੁਬਾਰਾ ਜਨਮ ਨਹੀਂ ਲੈਂਦੇ। ਤੇ ਜੇ ਅਸੀਂ ਡਰਦੇ ਰਹਿੰਦੇ ਹਾਂ, ਸਾਡੇ 'ਚ ਨਿਰਭਉ ਪਦ ਪੈਦਾ ਹੀ ਨਹੀਂ ਹੁੰਦਾ, ਦੂਜੇ ਭਾਵ 'ਚ ਰਹਿੰਦੇ ਹਾਂ, ਮਾਇਆ 'ਚ ਰਹਿੰਦੇ ਹੈਗੇ ਆ, ਤਾਂ ਫਿਰ ਸਾਡਾ ਬਾਰ-ਬਾਰ ਜਨਮ ਰਹਿੰਦਾ, ਜਨਮ ਲੈਣਾ ਪੈਂਦਾ। ਅਸੀਂ ਮਨਮੁਖ ਦੇ ਮਨਮੁਖ ਹੀ ਰਹਿੰਦੇ ਹਾਂ। ਮਨਮੁਖ ਤੋਂ ਉੱਤੇ ਸਾਡੀ ਅਵਸਥਾ ਗੁਰਮੁਖ ਵਾਲੀ ਨਹੀਂ ਬਣਦੀ। ਉਹਦੇ ਵਿੱਚ ਸਾਡਾ ਹੀ ਕਸੂਰ ਹੈ ਤੇ ਨਾ ਤਾਂ ਗ੍ਰੰਥ ਸਾਹਿਬ ਵਿੱਚ ਕੋਈ ਕਸੂਰ ਹੈ ਤੇ ਨਾ ਹੀ ਸਾਡੇ ਗੁਰੂ ਸਾਹਿਬਾਨਾਂ 'ਚ ਕੋਈ ਕਸੂਰ ਹੈ। ਕਸੂਰ ਸਾਡਾ ਆਪਣਾ ਹੈਗਾ। ਤਾਂ ਇਹ ਗੱਲ ਜਿਹੜੀ ਸਮਝ ਲਈ ਆ ਜਾਂਦੀ ਹੈ। ਹੁਣ ਆਪਾਂ ਅਸਲੀ ਵਿਸ਼ੇ ਨੂੰ ਟੱਚ ਕਰਦੇ ਹਾਂ। ਕਿਵ ਸਚਿਆਰਾ ਹੋਵੇ ਕਿਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣ ਨਾਲ। ਦਾਸ ਨੇ ਕਾਫੀ ਚਿਰ ਇਹ ਸਮਝ ਨਹੀਂ ਆਈ ਸੀ ਕਿ ਹੁਕਮ ਕਿੱਥੇ ਲਿਖਿਆ ਹੋਇਆ। ਹੁਕਮ ਕੀ ਸਾਡੇ ਮੱਥੇ ਤੇ ਲਿਖਿਆ ਹੋਇਆ, ਹੁਕਮ ਸਾਡੇ ਦਿਲ ਵਿੱਚ ਲਿਖਿਆ ਹੋਇਆ, ਸਾਡੇ ਕਿਹੜੀ ਜਗ੍ਹਾ ਤੇ ਲਿਖਿਆ, ਕਿ ਕੀ ਸੈੱਲ ਦੇ ਵਿੱਚ ਲਿਖਿਆ ਹੋਇਆ, ਕਿ ਜਿਹੜੇ ਸਾਡੇ ਐਟਮ ਦੇ ਵਿੱਚ ਲਿਖਿਆ, ਕਿੱਥੇ ਲਿਖਿਆ ਹੋਇਆ। ਇਹ ਹੁਕਮ ਨੂੰ ਥੋੜਾ ਜਿਹਾ ਜਿਵੇਂ ਜਿਵੇਂ ਡੀਪ ਜਾਣ ਦਾ ਸਮਝ ਆਈ ਤੇ ਇਹ ਪਤਾ ਲੱਗਾ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਸੱਚ ਦੇ ਵਿੱਚ ਹੀ ਹੁਕਮ ਲਿਖਿਆ ਹੋਇਆ। ਇਸ ਕਰਕੇ ਸੱਚ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਹੁਣ ਸੱਚ ਨੂੰ ਜਾਣਨ ਵਾਸਤੇ ਕਿਵੇਂ ਸਚਿਆਰਾ ਹੋਣਾ ਤੇ ਕਿਵੇਂ ਕੂੜ ਦੀ ਪਾਲ ਟੁੱਟਦੀ ਹੈ। ਕੂੜ ਦੀ ਪਾਲ ਕੀ ਹੈਗੀ? ਕੂੜ ਦੀ ਪਾਲ ਹੀ ਅਟਕ ਦਰਿਆ ਹੈ ਜਿਹੜਾ ਸਾਡੇ ਅੰਦਰ ਹੈਗਾ, ਭਵ ਸਾਗਰ ਹੈ ਜਿਹੜਾ ਸਾਡੇ ਅੰਦਰ ਹੈ, ਜਿਹਨੂੰ ਅਸੀਂ ਪਾਰ ਨਹੀਂ ਜਾ ਪਾਉਂਦੇ। ਔਰ ਉੱਥੇ ਖੜੇ ਹੋਏ ਉਰਵਾਰ ਹੀ ਰਹੀ ਜਾਂਦੇ, ਪਾਰ ਜਾਣ ਦੀ ਸਾਡੇ 'ਚ ਹਿੰਮਤ ਹੀ ਨਹੀਂ। ਤਾਂ ਉੱਥੇ ਹੀ ਅਸੀਂ ਖੜੇ ਖੜੇ ਬੋਲੀ ਜਾਂਦੇ ਹਾਂ ਅਸੀਂ ਤਾਂ ਜਿਹੜਾ ਭਵ ਸਾਗਰ ਪਾਰ ਕਰ ਗਏ, ਅਸੀਂ ਤਾਂ ਮਨ ਨੂੰ ਵੀ ਜੀਤ ਲਿਆ, ਅਸੀਂ ਇੰਨਾ ਜਾਪ ਕਰਦੇ ਹਾਂ, ਇੰਨਾ ਸਿਮਰਨ ਕਰਦੇ ਹਾਂ। ਤਾਂ ਕਿਤੇ ਨਾ ਕਿਤੇ ਸਾਡੇ ਕੋਲ ਗਲਤੀ ਇਹ ਰਹਿ ਜਾਂਦੀ ਹੈਗੀ ਹੈ ਕਿ ਅਸੀਂ ਮਨ ਨੂੰ ਮਨ ਨਾਲ ਹੀ ਜਾਪ ਕਰਦੇ ਹਾਂ, ਮਨ ਨੂੰ ਹੀ ਵਰਤ ਕੇ ਅਸੀਂ ਆਪਣੇ ਆਪ ਨੂੰ ਇਹ ਜਿਹੜਾ ਭਵ ਸਾਗਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਗੱਲ ਦੇ ਬਾਰੇ ਸਭ ਤੋਂ ਜ਼ਿਆਦਾ ਜਿਹੜਾ ਟੈਸਟੀਫਾਈ ਕੀਤਾ, ਜਿਹਨੂੰ ਬਹੁਤ ਜ਼ਿਆਦਾ ਪ੍ਰੇਰਨਾ ਦਿੱਤੀ, ਉਹ ਗੁਰੂ ਹਰਗੋਬਿੰਦ ਜੀ ਨੇ ਕੀਤੀ ਹੈਗੀ ਹੈ ਕਿ ਮਨ ਨੂੰ ਮਾਰਨ ਦਾ ਕੀ ਤਰੀਕਾ ਹੈਗਾ। ਉਹਨਾਂ ਦੇ ਨਾਲ ਭਾਈ ਦੇਸਾ ਜੀ ਰਹਿੰਦੇ ਸੀ ਤੇ ਭਾਈ ਦੇਸਾ ਜੀ ਦਾ ਬੜਾ ਇੰਟਰਸਟ ਸੀਗਾ ਮੈਨੂੰ ਵੀ ਜੋ ਗੁਰੂ ਜੀ ਦੀ ਅਵਸਥਾ ਮੇਰੀ ਵੀ ਅਵਸਥਾ ਹੋਵੇ। ਤੇ ਗੁਰੂ ਜੀ ਉਹਨਾਂ ਨੂੰ ਬਾਰ-ਬਾਰ ਉਹ ਗੁਰੂ ਜੀ ਨੂੰ ਬਾਰ-ਬਾਰ ਅਰਦਾਸ ਕਰਦਾ ਸੀ, ਬੇਨਤੀਆਂ ਕਰਦਾ ਸੀ ਕਿ ਮੈਨੂੰ ਵੀ ਉਹ ਅਵਸਥਾ ਸਮਝ ਵਿੱਚ ਆ ਜਾਏ। ਤਾਂ ਗੁਰੂ ਹਰਗੋਬਿੰਦ ਜੀ ਇਹ ਕਹਿੰਦੇ ਸੀ ਕੋਈ ਨਹੀਂ, ਟਾਈਮ ਆਵੇ ਦੱਸਾਂਗੇ। ਤਾਂ ਇੱਕ ਦਿਨ ਟਾਈਮ ਆ ਗਿਆ। ਉਸ ਟਾਈਮ ਗਰਮੀਆਂ ਦੇ ਦਿਨ ਸੀ। ਗੁਰੂ ਜੀ ਇੱਕ ਰਹਿਟ ਤੇ ਠੰਡੇ ਪਾਣੀ 'ਚ ਪਾ ਕੇ ਬੈਠੇ ਸੀ, ਬੜੇ ਆਨੰਦ 'ਚ ਬੈਠੇ ਸੀ। ਤੇ ਭਾਈ ਦੇਸਾ ਜੀ ਉਸ ਟਾਈਮ ਉਹ ਖੇਤਾਂ ਵਿੱਚ ਪਾਣੀ ਲਾ ਰਿਹਾ ਸੀ। ਤੇ ਭਾਈ ਦੇਸਾ ਨੂੰ ਉਹਨਾਂ ਨੇ ਬੁਲਾ ਕੇ ਕਿਹਾ, ਉਹ ਭਾਈ ਦੇਸਿਆ। ਉਹ ਭੱਜੇ ਆਏ ਤੇ ਗੁਰੂ ਜੀ ਦੇ ਉਹਨਾਂ ਨੇ ਚਰਨ ਸਪਰਸ਼ ਕੀਤੇ ਤੇ ਕਹਿੰਦਾ ਅੱਜ ਤੇਰਾ ਟਾਈਮ ਆ ਗਿਆ, ਅੱਜ ਤੈਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ।
ਤਾਂ ਉਹਨਾਂ ਨੇ 7 ਵਚਨ ਕਹਿ ਕੇ ਕਿਹਾ, ਹਾਂਜੀ ਹੁਣ ਦੱਸੋ ਕੀ ਕਰਨਾ ਹੈਗਾ। ਤਾਂ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਵੀ ਤੂੰ ਇੱਥੋਂ ਕਾਫੀ ਦੂਰ ਇੱਕ ਜਗ੍ਹਾ ਹੈਗੀ, ਉੱਥੇ ਜਾ ਕੇ ਚੁੱਪ ਕਰਕੇ ਬੈਠ ਜਾ, ਮਨ ਨਾਲ ਕੁਛ ਨਹੀਂ ਕਰਨਾ। ਉਹ ਬੜਾ ਚਾਅ ਤੇ ਬੜੇ ਖੁਸ਼ੀ ਨਾਲ, ਉਹ ਦੁਪਹਿਰ ਦਾ ਸਮੇਂ ਸੀ, ਨੱਠ ਕੇ ਭੱਜ ਕੇ ਚਲਾ ਗਿਆ ਉਸ ਜਗ੍ਹਾ ਨੂੰ। ਉਹਨਾਂ ਨੇ ਫਾਈਂਡ ਆਊਟ ਕਰ ਲਿਆ, ਉੱਥੇ ਜਾ ਕੇ ਬੈਠ ਗਿਆ। ਤਾਂ ਗੁਰੂ ਜੀ ਨੇ ਇਹ ਇੰਸਟਰਕਸ਼ਨ ਦਿੱਤੀ ਸੀ, ਤੂੰ ਮਨ ਨਾਲ ਕੁਛ ਕੰਮ ਨਹੀਂ ਕਰਨਾ। ਹੁਣ 1 ਘੰਟਾ ਬੈਠਾ ਰਿਹਾ, ਕਦੀ ਮਨ ਇੱਧਰ ਭੱਜੇ, ਕਦੀ ਉੱਧਰ ਭੱਜੇ, ਕਦੀ ਉੱਪਰ, ਕਦੀ ਨੀਚੇ, ਕਦੀ ਦਾएं, ਕਦੀ ਬਾएं, ਕਦੀ ਕਿਹੜੀ ਅਵਸਥਾ ਤੇ ਕਦੀ ਕਿਹੜੀ ਅਵਸਥਾ ਤੇ। 1 ਘੰਟੇ ਤੋਂ ਬਾਅਦ ਉਹਨੂੰ ਸਮਝ ਆਈ ਮਨ ਤਾਂ ਸਾਲਾ ਟਿਕਿਆ ਹੀ ਨਹੀਂ। ਉਹ ਆਪਣੇ ਆਪ ਨੂੰ ਕਹਿਣ ਲੱਗਾ ਕਿ ਹੁਣ ਮੈਂ ਦੇਖਦਾ ਕਿਵੇਂ ਮਨ ਭੱਜਦਾ। ਤਾਂ ਮਨ ਨੂੰ ਫਿਰ ਕੰਟਰੋਲ ਕਰਨ ਤੇ ਲੱਗ ਗਿਆ। ਉਹ ਕਹਿੰਦਾ ਇਹ ਮਨ ਨੂੰ ਕੰਟਰੋਲ ਕਰਨਾ ਵੀ ਤਾਂ ਮਨ ਨੂੰ ਵਰਤਣਾ ਹੈ, ਇਹ ਵੀ ਗਲਤ ਕੰਮ ਹੈ। ਤੇ ਉਹਨੇ ਹੋਰ ਟਾਈਮ ਬੀਤ ਗਿਆ ਤਾਂ ਵੀ ਕੁਛ ਨਹੀਂ ਹੋਇਆ। ਫਿਰ ਉਹ ਰੋ ਪਿਆ, ਉਹਨੂੰ ਵਿਰਾਗ ਆਇਆ। ਵਿਰਾਗ ਦੇ ਵਿੱਚ ਉਹ ਇੰਨਾ ਜ਼ਿਆਦਾ ਆਪਣਾ ਬਹਿ ਗਿਆ, ਉਹਦੀ ਜਿਹੜੀ ਹਉਮ ਹੈ ਸਾਰੀ ਪਿਘਲ ਗਈ। ਤੇ ਉਹਨੇ ਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਕਿ ਮੇਰੇ ਕੋਲ ਤਾਂ ਮਨ ਨਾਲ ਕੁਛ ਕਰਨਾ ਹੀ ਨਹੀਂ ਆਉਂਦਾ। ਜੇ ਕੁਛ ਕਰਨ ਵਾਸਤੇ ਗੁਰੂ ਜੀ ਕਹਿੰਦੇ ਤਾਂ ਫਿਰ ਤਾਂ ਪਤਾ ਨਹੀਂ ਮੈਂ ਕਰ ਵੀ ਪਾਉਂਦਾ ਕਿ ਨਹੀਂ ਕਰ ਪਾਉਂਦਾ। ਹੁਣ ਤਾਂ ਉਹਨਾਂ ਨੇ ਕੁਛ ਨਾ ਕਰਨ ਦੀ ਗੱਲ ਕਹੀ ਹੈ। ਤਾਂ ਉਹ ਪਤਾ ਨਹੀਂ ਕਿੰਨੀ ਦੇਰ ਰੋਂਦਾ ਰਿਹਾ, ਕਿੰਨੀ ਦੇਰ ਉਹ ਵਿਰਾਗ ਅਵਸਥਾ 'ਚ ਰਿਹਾ। ਉਹਦੇ ਅਥਰੂ ਇੰਨੇ ਆਏ ਕਿ ਅਥਰੂ ਨਾਲ ਸਾਰੀ ਜਿਹੜੀ ਉਹਦੀ ਮਨ ਰੂਪੀ ਜਿਹੜਾ ਗਧਾ ਜਾਂ ਹਾਥੀ ਬਣਿਆ ਸੀਗਾ, ਹਉਮੈ ਰੂਪੀ ਜਿਹੜਾ ਉਹਦਾ ਹੰਕਾਰ ਸੀਗਾ ਔਰ ਈਗੋ ਸੀ, ਮੈਂ ਮੇਰੀ ਸੀ, ਸਾਰੀ ਦੀ ਸਾਰੀ ਉਸ ਅਥਰੂਆਂ ਦੇ ਨਾਲ ਬਹਿ ਗਈ, ਖਤਮ ਹੋ ਗਈ, ਨਿਊਟਰਲਾਈਜ਼ ਹੋ ਗਈ। ਹੁਣ ਬਿਲਕੁਲ ਭਾਈ ਦੇਸਾ ਜੀ ਇੱਕ ਨਾਰਮਲ ਆਦਮੀ ਹੋਏ ਸੀਗੇ, ਉਸ ਅਵਸਥਾ ਨੂੰ ਸਮਝ ਰਹੇ ਸੀ ਕਿ ਜਿਹੜੀ ਕਿ ਮੈਂ ਤੁਹਾਡੇ ਸਾਹਮਣੇ ਵਾਹਿਗੁਰੂ ਜੀ ਦੀ ਅਵਸਥਾ ਕਹੀ ਹੈ। ਉੱਥੇ ਨਾ ਕੋਈ ਉਤਪਤ ਹੈ, ਨਾ ਪਰਲੋ ਹੈ, ਨਾ ਟਾਈਮ ਹੈ, ਨਾ ਸਪੇਸ ਹੈ। ਉੱਥੇ ਉਹਨੂੰ ਆਪਣੇ ਸਰੀਰ ਦਾ ਆਵਾਸ ਵੀ ਨਹੀਂ ਹੈਗਾ। ਤੇ ਸਰੀਰ ਦਾ ਆਵਾਸ ਨਹੀਂ ਹੈ ਤੇ ਨਾ ਕੋਈ ਹਉਮੈ, ਨਾ ਕੁਛ ਹੈ, ਨਾ ਕਰਨ ਕਰਾਉਣ ਨੂੰ ਰਿਹਾ। ਉਹ ਅਵਸਥਾ ਉਹਦੀ ਕਿੰਨੀ ਦੇਰ ਰਹੀ ਉਹਨੂੰ ਪਤਾ ਹੀ ਨਹੀਂ। ਉਹਦੇ ਵਾਸਤੇ ਤਾਂ ਐਂ ਲੱਗਿਆ ਕਿ ਕਈ ਯੁੱਗ ਬੀਤ ਗਏ ਹੁਣ ਜਿਵੇਂ। ਤੇ ਉਸ ਦੇ ਬਾਅਦ ਜਿਸ ਟਾਈਮ ਉਹਦੀ ਅੱਖ ਖੁੱਲੀ ਤਾਂ ਉਸ ਟਾਈਮ ਰਾਤ ਹੋ ਚੁੱਕੀ ਸੀ। ਤੇ ਉਹਦੇ ਮਨ ਦੇ ਵਿੱਚ ਕਿੱਡਾ ਚਾਅ ਭਰਿਆ ਸੀ, ਮੈਂ ਉੱਡ ਕੇ ਚਲਾ ਜਾਵਾਂ ਤੇ ਗੁਰੂ ਜੀ ਨੂੰ ਦੱਸਾਂ ਕਿ ਆਹ ਚੀਜ਼ਾਂ ਮੇਰੇ ਨਾਲ ਮੇਰੇ ਅੰਦਰ ਪ੍ਰਗਟ ਹੋਈਆਂ ਨੇ। ਤੇ ਗੁਰੂ ਜੀ ਨੂੰ ਔਰ ਇਹ ਵੀ ਦੱਸਣਾ ਚਾਹ ਰਿਹਾ ਸੀ ਕਿ ਮੇਰੇ ਕਰਕੇ ਕੁਛ ਨਹੀਂ ਹੋਇਆ, ਨਾ ਮੈਂ ਕੁਛ ਕਰ ਪਾਇਆ। ਤੇ ਉਸ ਐਨਲਾਈਟਨ ਅਵਸਥਾ ਦੇ ਵਿੱਚ ਉੜਦਾ ਉੜਦਾ ਫਿਰ ਵਾਪਸ ਆਇਆ, ਉਸ ਰਹਿਟ ਤੇ ਆਇਆ। ਉਸ ਟਾਈਮ ਗੁਰੂ ਜੀ ਨਾਲ ਜਿਹੜਾ ਪਿੰਡ ਸੀ ਉੱਥੇ ਚਲੇ ਗਏ ਸੀ। ਉੱਥੇ ਗਿਆ, ਉੱਥੇ ਜਾ ਕੇ ਗੁਰੂ ਜੀ ਦੇ ਪੈਰ ਫੜ ਲਏ। ਗੁਰੂ ਜੀ ਦੇ ਪੈਰ ਫੜ ਕੇ ਫਿਰ ਇੰਨਾ ਰੋਂਦਾ ਰਿਹਾ, ਇੰਨਾ ਰੋਣਾ ਨਿਕਲਿਆ ਅਥਰੂਆਂ ਨਾਲ। ਗੁਰੂ ਜੀ ਦੇ ਪੈਰਾਂ ਨੂੰ ਉਹਨਾਂ ਨੇ ਸਾਫ਼ ਕਰਤਾ। ਉਸ ਅਵਸਥਾ ਤੇ ਫਿਰ ਜਾ ਕੇ ਗੁਰੂ ਹਰਗੋਬਿੰਦ ਜੀ ਨੂੰ ਕਹਿੰਦੇ ਨੇ ਕਿ ਮੇਰੇ ਵਾਸਤੇ ਕੁਛ ਨਾ ਕਰਨਾ ਹੀ ਹੈ। ਤੇ ਮਨ ਨੂੰ ਕੰਟਰੋਲ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ, ਮੈਂ ਕੁਛ ਕਰ ਹੀ ਨਹੀਂ ਪਾਉਂਦਾ, ਨਾ ਮੇਰੇ ਵੱਸ ਦੀ ਗੱਲ ਹੈਗੀ। ਮੈਂ ਇੰਨੇ ਦਿਨ ਤੁਹਾਨੂੰ ਕਹਿੰਦਾ ਸੀ ਕਿ ਮੈਨੂੰ ਵੀ ਉਹ ਗਿਆਨ ਦਿਓ, ਮੈਨੂੰ ਵੀ ਅਵਸਥਾ ਦਿਓ। ਹੁਣ ਜਿਹੜੇ ਸਮੇਂ ਆਇਆ ਉਹ ਕਰਨ ਦਾ ਤੇ ਮੈਂ ਕੁਛ ਨਹੀਂ ਕਰ ਪਾਇਆ। ਤੇ ਹੁਣ ਅਸਲੀ ਗੱਲ ਜਿਹੜੀ ਹੈਗੀ ਕਿ ਮਨ ਨੂੰ ਅਸੀਂ ਜਿੰਨਾ ਘੱਟ ਵਰਤਾਂਗੇ, ਮਨ ਨੂੰ ਓਨਾ ਹੀ ਮਨ ਛੇਤੀ ਕੰਟਰੋਲ ਹੋਏਗਾ। ਇਹਨੂੰ ਜਿੰਨਾ ਇਗਨੋਰ ਕਰਾਂਗੇ ਓਨੀ ਛੇਤੀ ਇਹ ਠੀਕ ਹੋਏਗਾ। ਹੁਣ ਮਨ ਹੈ ਕੀ ਚੀਜ਼? ਜਿਹਦੀ ਪੱਟੀ ਨੂੰ ਅਸੀਂ ਸਾਫ਼ ਕਰਨਾ, ਪੋਚਣਾ, ਤੇ ਫਿਰ ਉਹਦੇ ਉੱਤੇ ਕਾਲੇ ਲਿਖ ਜਿਹੜੇ ਅਸੀਂ ਲਿਖਦੇ ਹੈਗੇ ਆ ਰੋਜ਼, ਉਹ ਨਾ ਲਿਖ ਕੇ ਉੱਤੇ ਨਾਮ ਦੇ ਲੇਖ ਲਿਖਣੇ ਨੇ, ਉੱਤੇ ਵਾਹਿਗੁਰੂ ਦੇ ਲੇਖ ਲਿਖਣੇ ਨੇ, ਉੱਥੇ ਜਿਹੜੀ ਸਭ ਮੇਂ ਜੋਤ ਹੈ ਸੋਈ ਵਾਲੀ ਜੋਤ ਵਾਲੇ ਲੇਖ ਲਿਖਣੇ ਨੇ, ਪਰਮਾਤਮਾ ਦੇ ਲੇਖ ਲਿਖਣੇ ਨੇ, ਤੇ ਸੱਚ ਦੇ ਲੇਖ ਲਿਖਣੇ ਨੇ, ਸੱਤ ਦੇ ਲੇਖ ਲਿਖਣੇ ਨੇ, ਤਾਂ ਜਾ ਕੇ ਇਹ ਪੱਟੀ ਪਰਮਾਨੈਂਟ ਪੋਚੀ ਜਾ ਸਕਦੀ। ਤੇ ਆਓ ਪਹਿਲਾਂ ਦੇਖੀਏ ਇਹ ਮਨ ਰੂਪੀ ਪੱਟੀ ਹੈ ਕੀ ਚੀਜ਼। ਮਨ ਇੱਕ ਸਕਰੀਨ ਹੈਗਾ, ਪਟਲ ਹੈ। ਮਨ ਜਿਹੜਾ ਹੈ ਨਾ, ਹੁਣ ਦੇਖੋ ਜਿਹੜੀ ਤਾਂ ਬੁੱਧੀ ਹੈਗੀ ਹੈ ਉਹ ਤਾਂ ਸਾਡੇ ਬ੍ਰੇਨ ਦੇ ਵਿੱਚ ਹੁੰਦੀ ਹੈ। ਬ੍ਰੇਨ ਦੇ ਵਿੱਚ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਉਹਦਾ ਕਨੈਕਸ਼ਨ ਤਾਂ ਸਾਡੇ ਜਿਹੜੀ ਹੋਂਦ ਨਾਲ ਹੈਗਾ, ਸਾਡੀ ਬੋਡੀ ਨਾਲ ਹੈਗਾ। ਪਰ ਮਨ ਜਿਹੜਾ ਹੈਗਾ, ਮਨ ਬ੍ਰੇਨ ਦੀ ਜਿਹੜੀ ਫੰਕਸ਼ਨ ਨੇ ਨਾ, ਉਹ ਇਨਵਿਜੂਅਲ ਫਾਰਮ ਵਿੱਚ ਹੈ ਮਨ, ਔਰ ਉਹਦੇ ਜਿਹੜੇ ਫੰਕਸ਼ਨ ਨੇ ਉਸ ਨੂੰ ਮਨ ਬੋਲਦੇ ਨੇ। ਔਰ ਮਨ ਸਾਰੇ ਦਾ ਸਾਰਾ ਸਰੀਰ ਜਿਹੜਾ ਹੈਗਾ, ਸਾਰੇ ਦਾ ਸਾਰਾ ਸਰੀਰ ਦੇ ਨਾਲ ਜਿਹੜੇ ਬ੍ਰੇਨ ਦੇ ਨਰਵਸ ਸਿਸਟਮ ਨੇ ਉਹ ਨਰਵ ਨਾਲ ਕਨੈਕਟਡ ਹੈਗਾ। ਤਾਂ ਹੀ ਤਾਂ ਸਾਨੂੰ ਸੈਂਸੇਸ਼ਨ ਚਮੜੀ ਤੋਂ ਵੀ ਆ ਜਾਂਦੀਆਂ ਤੇ ਦੂਜੇ ਆਰਗਨ ਤੋਂ ਵੀ ਆ ਜਾਂਦੀਆਂ। ਤਾਂ ਇਸ ਕਰਕੇ ਮਨ ਵੀ ਸਾਰੇ ਸਰੀਰ ਦੇ ਵਿੱਚ ਹੈ, ਕਿਸੇ ਇੱਕ ਪਾਰਟ ਵਿੱਚ ਨਹੀਂ ਹੁੰਦਾ। ਬਹੁਤ ਸੇ ਲੋਕ ਇਹ ਕਹਿਣਗੇ ਕਿ ਮਨ ਜਿਹੜਾ ਹੈ ਨਾ ਬ੍ਰੇਨ ਦੇ ਵਿੱਚ ਹੈਗਾ, ਕਿਉਂਕਿ ਜਿੱਥੇ ਜਿੱਥੇ ਵੀ ਨਰਵ ਸੈੱਲ ਜਾਂਦੇ ਨੇ ਉੱਥੇ ਸਾਰੀ ਜਗ੍ਹਾ ਮਨ ਦੀ ਇਨਵਿਜੀਬਲ ਫਾਰਮ ਵਿੱਚ ਉਹਦਾ ਫੰਕਸ਼ਨ ਹੁੰਦਾ ਹੈਗਾ। ਤੇ ਮਨ ਦੇ ਰੂਪ ਵਿੱਚ ਜਿਹੜਾ ਅਸੀਂ ਕਹਿੰਦੇ ਹਾਂ ਵੀ ਇਹ ਕਾਲਾ ਸ਼ਾਹ ਹੋਇਆ ਪੱਟੀ ਤੇ ਅਸੀਂ ਕਾਲੇ ਲੇਖ ਲਿਖ ਰਹੇ ਹਾਂ। ਮਨ ਇੱਕ ਇਨਵਿਜੀਬਲ ਸਕਰੀਨ ਦੇ ਉੱਤੇ ਆਪਣੀ ਜਿਹੜੇ
ਕਰਮ ਕਰਦਾ ਹੈ, ਆਪਣੇ ਜਿਹੜੇ ਉਹਦੀ ਸੋਚ ਹੈ ਉਹ ਉਸਦੇ ਲਿਖੇ ਜਾਂਦੇ ਨੇ। ਮਨ ਮੋਟੇ ਤੌਰ 'ਤੇ ਦੋ ਤਰ੍ਹਾਂ ਦੇ ਕਹਿ ਸਕਦੇ ਹਾਂ। ਇੱਕ ਤਾਂ ਕਾਂਸ਼ੀਅਸ ਮਾਈਂਡ ਹੈ, ਜਿਹਦੇ ਕਰਕੇ ਅਸੀਂ ਦੁਨੀਆ ਦੇ ਵਿੱਚ ਸਾਰੀਆਂ ਚੀਜ਼ਾਂ ਦੇ ਬਾਰੇ ਅਸੀਂ ਅਵੇਅਰ ਹੁੰਦੇ ਹਾਂ, ਤੇ ਹਾਇਰ ਲੈਵਲ ਤੇ ਮਨ ਜਿਹੜਾ ਸੁਪਰ ਕਾਂਸ਼ੀਅਸ ਤੇ ਸੁਪਰੀਮ ਕਾਂਸ਼ੀਅਸ ਜਾਂਦਾ, ਤੇ ਲੋਅਰ ਲੈਵਲ ਤੇ ਸਬ ਕਾਂਸ਼ੀਅਸ ਮਨ ਹੁੰਦਾ, ਤੇ ਇੱਕ ਅਨਕਾਂਸ਼ੀਅਸ ਹੁੰਦਾ ਹੈਗਾ। ਤੋ ਸਬ ਕਾਂਸ਼ੀਅਸ ਮਾਈਂਡ ਜਿਹੜਾ ਹੈਗਾ, ਜਿੰਨੀ ਵੀ ਸਾਡੇ ਲੇਖ ਲਿਖੇ ਜਾਂਦੇ ਨੇ, ਅਸੀਂ ਕਰਮਾਂ ਦੁਆਰਾ ਲਿਖਦੇ ਹਾਂ, ਸੋਚ ਕਰਕੇ ਲਿਖਦੇ ਹਾਂ, ਕਿਸੇ ਦੇ ਬਾਰੇ ਵਿਕਾਰਾਂ ਦੁਆਰਾ ਲਿਖਦੇ ਹਾਂ, ਦੂਜੇ ਭਾਵ ਨਾਲ ਲਿਖਦੇ ਹਾਂ, ਉਹਨਾਂ ਨਾਲ ਸਾਡਾ ਜਿਹੜਾ ਰਾਗ ਦਵੇਸ਼ ਹੁੰਦਾ, ਇਹ ਸਾਰੇ ਦੇ ਸਾਰੇ ਲੇਖ ਸਾਡੇ ਸਬ ਕਾਂਸ਼ੀਅਸ ਮਾਈਂਡ ਦੇ ਵਿੱਚ ਸਟੋਰ ਹੁੰਦੇ ਰਹਿੰਦੇ। ਤੇ ਇਹ ਦੋਨੋਂ ਮਾਈਂਡ ਜਿਹੜੇ ਹੈਗੇ, ਸਬ ਕਾਂਸ਼ੀਅਸ ਮਾਈਂਡ ਔਰ ਜਿਹੜਾ ਕਾਂਸ਼ੀਅਸ ਮਾਈਂਡ ਹੈ, ਇਹ ਇੱਕ ਇਨਵਿਜ਼ੀਬਲ ਇੱਕ ਸਕਰੀਨ ਬਣ ਜਾਂਦਾ ਸਾਡੇ ਮਨ ਦੇ ਅੰਦਰ। ਔਰ ਸਕਰੀਨ ਇੰਨਾ ਟਰਾਂਸਲੂਸੈਂਟ ਹੁੰਦਾ, ਇੰਨਾ ਓਪੇਕ ਹੁੰਦਾ, ਔਰ ਇਹਦੇ ਵਿੱਚ ਸਾਡੇ ਜਿਹੜੀਆਂ ਹਉਮੈ ਦੀਆਂ ਗੱਲਾਂ ਲਿਖੀਆਂ ਜਾਂਦੀਆਂ ਨੇ, ਸਾਡੀਆਂ ਜਜਮੈਂਟ ਨੇ ਉਹ ਲਿਖੀਆਂ ਜਾਂਦੀਆਂ, ਸਾਡੀ ਅਲੱਗ ਆਇਡੈਂਟੀਟੀ ਹੈ, ਜਿਹਨੂੰ ਸਾਡੀ ਅਲੱਗ ਪਰਸਨੈਲਿਟੀ ਕਹਿੰਦੇ ਆ, ਉਹ ਵੀ ਲਿਖੀ ਹੁੰਦੀ ਹੈ। ਉਹਦੇ ਨਾਲ ਨਾਲ ਫਿਰ ਸਾਡੀਆਂ ਜਿੰਨੀਆਂ ਵੀ ਸਾਡੇ ਇਮੇਜ ਬਣਦੇ ਨੇ, ਆਕਾਰਾਂ ਜਿਹੜੇ ਅਸੀਂ ਵਿਚਾਰ ਹੁੰਦੇ ਨੇ, ਉਹਦੇ ਨਾਲ ਜਿਹੜੇ ਆਕਾਰ ਜੁੜੇ ਹੁੰਦੇ ਨੇ, ਉਹਨਾਂ ਨਾਲ ਇਮੇਜ ਬਣਦੇ ਨੇ, ਸੀਨਰੀ ਹੁੰਦੀਆਂ ਨੇ। ਸਾਡਾ ਕਿਸੇ ਨਾਲ ਕਨਫਰੰਟੇਸ਼ਨ ਹੋ ਰਹੀ ਹੈ, ਕੰਪੀਟੀਸ਼ਨ ਹੋ ਰਿਹਾ, ਸਾਡੇ ਅੰਦਰ ਜਿਹੜਾ ਡਰ, ਫਿਕਰ, ਗਮ, ਚਿੰਤਾ ਵਗੈਰਾ ਲੱਗੀ, ਉਹਦੇ ਸਾਰੇ ਦੇ ਸਾਰੇ ਜਿਹੜੇ ਨੇ ਉਹਦੇ ਉੱਤੇ ਉਸ ਦੇ ਸੰਕਲਪ ਵਿਕਲਪ ਸੰਸਕਾਰ ਬਣਦੇ ਰਹਿੰਦੇ ਨੇ। ਤੇ ਇਸੇ ਤਰ੍ਹਾਂ ਹੀ ਜਿਹੜਾ ਮਨ ਦਾ ਇਹ ਜਿਹੜਾ ਓਪੇਕ ਪਰਦਾ ਹੈ, ਇਹ ਓਪੇਕ ਪਰਦਾ ਸਾਨੂੰ ਟਾਈਮ ਐਂਡ ਸਪੇਸ ਵਿੱਚ ਹੀ ਘੁਮਾਈ ਰੱਖਦਾ। ਕਦੀ ਪਾਸਟ ਜਾਂਦਾ, ਕਦੀ ਫਿਊਚਰ ਜਾਂਦਾ, ਪ੍ਰੈਜੈਂਟ ਵਿੱਚ ਕਦੀ ਟਿਕਦਾ ਨਹੀਂ ਹੈ। ਤੇ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਮਨ ਤਾਂ ਟਿਕਦਾ ਨਹੀਂ, ਭਾਵੇਂ ਅਸੀਂ ਬਾਣੀ ਪੜ੍ਹੀਏ ਤੇ ਭਾਵੇਂ ਨਾਮ ਸਿਮਰਨ ਕਰੀਏ। ਤੇ ਇਹ ਜਿਹੜਾ ਮਨ ਨੇ ਟਿਕਣਾ ਹੈਗਾ, ਇਹ ਵੀ ਪ੍ਰਭੂ ਦੀ ਕਿਰਪਾ ਨਾਲ ਹੋਣਾ। ਤੇ ਗੁਰੂ ਨਾਨਕ ਜੀ ਨੇ ਬੜਾ ਸਪਸ਼ਟ ਕੀਤਾ ਇਸ ਗੱਲ ਨੂੰ। ਗੁਰੂ ਨਾਨਕ ਜੀ ਖੁਦ ਕਹਿ ਰਹੇ, ਗੁਰੂ ਨਾਨਕ ਕੋ ਪ੍ਰਭੂ ਮਿਲੇ ਅਚਿੰਤਾ। ਅਚਿੰਤੇ ਦਾ ਮਤਲਬ ਹੁੰਦਾ ਅਚਨਚਿਤ, ਉਹਦੇ ਹੁਕਮ ਵਿੱਚ। ਤੇ ਇਸੇ ਕਰਕੇ ਨਾਲ ਇਹ ਵੀ ਗੱਲ ਕਹੀ ਗਈ ਹੈ ਕਿ ਅਚਿੰਤੇ ਹੀ ਮਨ ਵਸ ਕਰ ਲੀਨਾ। ਤਾਂ ਮਨ ਜਿਹੜਾ ਅਚਿੰਤ ਨਾਲ ਹੋਣ ਨਾਲ ਉਹਦੇ ਹੁਕਮ ਵਿੱਚ ਹੀ ਵਸ ਵਿੱਚ ਹੁੰਦਾ, ਬੰਦੇ ਦੇ ਕੰਟਰੋਲ 'ਚ ਨਹੀਂ ਹੈਗਾ। ਐਵੇਂ ਅਸੀਂ ਜਿੰਨੀਆਂ ਮਰਜ਼ੀ ਪੜਾ ਮਾਰੀ ਜਾਈਏ, ਤੇ ਮਨ ਇੱਕ ਅੰਧਕਾਰ ਹੈ, ਅਗਿਆਨ ਹੈ, ਅਹੰਕਾਰ ਹੈ। ਤੋ ਛੋਟੀ ਜਿਹੀ ਗੱਲ ਹੈ ਕਿ ਇੱਕ ਕਮਰੇ ਦੇ ਵਿੱਚ ਅੰਧਕਾਰ ਹੋਵੇ, ਉੱਥੇ ਬਿਜਲੀ ਨਾ ਚੱਲ ਰਹੀ ਹੋ ਜਾਂ ਬਿਜਲੀ ਚਲੀ ਗਈ ਉਸ ਟਾਈਮ, ਤਾਂ ਉਹ ਅੰਧਕਾਰ ਨੂੰ ਅਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ, ਚਾਹੇ ਝਾੜੂ ਮਾਰ ਕੇ ਫੇਰ ਲਈਏ, ਜੇ ਡਾਂਗਾ ਫੇਰ ਲਈਏ, ਉਹ ਅੰਧਕਾਰ ਨਹੀਂ ਖਤਮ ਹੋਏਗਾ। ਅੰਧਕਾਰ ਨੂੰ ਖਤਮ ਕਰਨ ਵਾਸਤੇ ਤਾਂ ਕੀ ਕਰਨਾ ਪਏਗਾ? ਜਾਂ ਤਾਂ ਸਾਨੂੰ ਲਾਈਟ ਔਨ ਕਰਨੀ ਪੈਗੀ, ਜਾਂ ਕੋਈ ਮੋਮਬੱਤੀ ਜਲਾਉਣੀ ਪੈਗੀ, ਜਾਂ ਲੈਂਪ ਜਲਾਉਣਾ ਪਏਗਾ, ਅਦਰਵਾਈਜ਼ ਅੰਧਕਾਰ ਨਹੀਂ ਖਤਮ ਹੋ ਸਕਦਾ। ਤਾਂ ਇਸ ਸੰਦਰਭ ਵਿੱਚ ਅਸੀਂ ਮਨ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਾਂਗੇ, ਸਾਡੇ ਵਾਸਤੇ ਈਜ਼ੀ ਹੋ ਜਾਏਗਾ। ਤੇ ਜੇ ਅਸੀਂ ਮਨ ਨੂੰ ਮਨ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕਰਾਂਗੇ, ਮਨ ਵੀ ਅਗਿਆਨ 'ਚ ਖੜਾ, ਮਨ ਵੀ ਅੰਧਕਾਰ 'ਚ ਖੜਾ, ਤੇ ਉਸ ਅੰਧਕਾਰ ਔਰ ਗਿਆਨ ਨਾਲ, ਅਹੰਕਾਰ ਨਾਲ ਅਸੀਂ ਮਨ ਨੂੰ ਸਾਫ਼ ਨਹੀਂ ਕਰ ਸਕਦੇ, ਤੇ ਨਾ ਹੀ ਪੱਟੀ ਪੋਚ ਸਕਦੇ। ਉਹ ਜਿਹੜੀ ਪੱਟੀ ਹੈ, ਅਸੀਂ ਫਿਰ ਵਿਧੀਆਂ ਤੇ ਆ ਜਾਂਦੇ ਹਾਂ ਕਿ ਕਿਹੜੀ ਵਿਧੀ ਨਾਲ ਅਸੀਂ ਪਰਮਾਤਮਾ ਦਾ ਨਾਮ ਸਿਮਰਨ ਕਰੀਏ। ਤੇ ਜਿੰਨੀਆਂ ਵੀ ਵਿਧੀਆਂ ਨੇ, ਚਾਹੇ ਜਿਹੜਾ ਵਾਹਿਗੁਰੂ ਗੁਰਮੰਤਰ ਹੈ, ਇਹ ਵੀ ਮਨ ਦੇ ਲੈਵਲ ਤੇ ਖੜਾ, ਕਿਉਂਕਿ ਅਸੀਂ ਟਾਈਮ ਐਂਡ ਸਪੇਸ ਤੇ ਖੜੇ ਹਾਂ। ਕਿੰਨੇ ਘੰਟੇ ਅਸੀਂ ਭਗਤੀ ਕਰਨੀ ਚਾਹੀਦੀ ਹੈ, ਇਹ ਵੀ ਟਾਈਮ ਐਂਡ ਸਪੇਸ ਤੇ ਖੜੇ ਹਾਂ, ਇਹ ਵੀ ਸਾਨੂੰ ਉੱਤੇ ਨਹੀਂ ਲੈ ਜਾਂਦੀ। ਤੇ ਇਸ ਦੇ ਬਾਰੇ ਤਾਂ ਸਪਸ਼ਟ ਕੀਤਾ ਗਿਆ ਕਿ ਬਿਨ ਗੁਣ ਕੀਤੇ ਭਗਤ ਨਾ ਹੋਏ, ਭਗਤੀ ਨਹੀਂ ਹੁੰਦੀ। ਤਾਂ ਗੁਣ ਤਾਂ ਸਾਨੂੰ ਆਪਣੇ ਅੰਦਰ ਪੈਦਾ ਕਰਨੇ ਪੈਣਗੇ, ਸੱਚ ਦੇ ਵੀ ਪੈਦਾ ਕਰਨੇ ਪੈਣਗੇ, ਸੱਤ ਦੇ ਵੀ ਪੈਦਾ ਕਰਨੇ ਪੈਣਗੇ। ਜੋ ਗੁਰੂ ਨਾਨਕ ਦੇ ਵਿੱਚ ਗੁਣ ਸੀ, ਸਾਨੂੰ ਵੀ ਪੈਦਾ ਕਰਨੇ ਪੈਣਗੇ। ਸਹਿਜ ਅਵਸਥਾ ਵੀ ਆਏਗੀ, ਦਇਆ ਵੀ ਆਏਗੀ, ਕਿਸੇ ਤੇ ਅਸੀਂ ਕਿਰਪਾ ਵੀ ਕਰਾਂਗੇ, ਕਿਸੇ ਦੀ ਤਕਲੀਫ ਵੀ ਦੂਰ ਕਰਾਂਗੇ, ਉਹਦੀ ਹੈਲਪ ਵੀ ਕਰਾਂਗੇ। ਤਾਂ ਬਹੁਤ ਸੇ ਗੁਣ ਨੇ ਜਿਹੜੇ ਪਰਉਪਕਾਰੀ ਵਾਲੇ ਗੁਣ ਹੁੰਦੇ ਨੇ, ਉਹ ਸਾਨੂੰ ਸਾਰੇ ਕਰਨੇ ਪੈਣਗੇ, ਤਾਂ ਜਾ ਕੇ ਸਾਡੇ ਅੰਦਰ ਗੁਣ ਪੈਦਾ ਹੁੰਦੇ ਨੇ। ਜੇ ਗੁਣ ਨਹੀਂ ਪੈਦਾ ਕਰਨੇ ਤਾਂ ਅਸੀਂ ਝੂਠ ਬੋਲਣ ਤੇ ਉਸ ਨੂੰ ਛੱਡਣਾ ਹੀ ਨਹੀਂ ਚਾਹੁੰਦੇ। ਤੇ ਇਹ ਪੋਸੀਬਲ ਨਹੀਂ ਹੈ ਕਿ ਵੀ ਅਸੀਂ ਫਿਰ ਪਰਮਾਤਮਾ ਦੇ ਦਰਸ਼ਨ ਕਰ ਪਾਵਾਂਗੇ, ਜਾਂ ਪਰਮਾਤਮਾ ਸਾਡੇ ਅੰਦਰ ਪ੍ਰਗਟ ਹੋ ਪਾਏਗਾ, ਜਾਂ ਸਤਿਗੁਰੂ ਸਾਡੇ ਅੰਦਰ ਪ੍ਰਗਟ ਹੋ ਪਾਏਗਾ। ਇਸ ਗੱਲ ਨੂੰ ਅਸੀਂ ਭੁੱਲ ਜਾਈਏ। ਤੋ ਇਹ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਮਨ ਹੀ ਆਪਣੀ ਇੰਦਰੀਆਂ ਦੁਆਰਾ ਆਪਣੇ ਆਪ ਨੂੰ ਰਾਜਾ ਮਹਾਰਾਜਾ ਸਮਝਦਾ, ਔਰ ਉਹ ਭੁੱਲ ਜਾਂਦਾ ਕਿ ਮੇਰੇ ਤੋਂ ਉੱਤੇ ਵੀ ਕੋਈ ਚੀਜ਼ ਹੈਗੀ ਹੈ। ਨਾਮ ਰੂਪੀ ਜਿਹੜੀ ਸਾਡੇ ਅੰਦਰ ਜੋਤ ਜਗਦੀ ਹੈਗੀ ਹੈ, ਉਹ ਮਨ ਦਾ ਉਹਦੇ ਕਰਕੇ ਮਨ ਦੀ ਐਗਜ਼ਿਸਟੈਂਸ ਹੁੰਦੀ। ਜੇ ਉਹ ਨਾ ਹੋਵੇ ਤਾਂ ਮਨ ਰਹਿ ਹੀ ਨਹੀਂ ਸਕਦਾ। ਤੇ ਇਸੇ ਕਰਕੇ ਅਸੀਂ ਟਾਈਮ ਐਂਡ ਸਪੇਸ ਵਿੱਚ ਮਨ ਰਹਿੰਦਾ, ਕਦੀ ਪਾਸਟ, ਕਦੀ ਫਿਊਚਰ ਵਿੱਚ, ਕਦੀ ਵਿਧੀਆਂ ਦੇ ਵਿੱਚ ਰਹਿੰਦਾ, ਕਦੀ ਕਲਪਨਾ 'ਚ ਰਹਿੰਦਾ ਹੈ, ਕਦੀ ਪੰਜ ਤੱਤਾਂ ਤੱਕ ਖੜਾ, ਕਦੀ ਆਕਾਰਾਂ ਤੱਕ ਖੜਾ। ਤੇ ਇਹਨਾਂ ਨਾਲ ਹੀ ਸਾਡੇ ਜਿੱਥੇ ਮਨ ਖੜਾ ਰਹਿੰਦਾ, ਇਹਨਾਂ ਕਰਕੇ ਸਾਡੇ ਜਿਹੜੀਆਂ ਮਨ ਦੀ ਜਿਹੜੀ ਕਾਲੇ ਲੇਖ ਨੇ, ਉਹ ਜ਼ਿਆਦਾ ਲਿਖ ਕੇ ਸਾਡੇ ਮਨ ਦੀ ਜਿਹੜੀ ਪੱਟੀ ਹੈਗੀ ਹੈ, ਉਹ ਕਾਲੀ ਹੁੰਦੀ ਰਹਿੰਦੀ ਹੈ। ਤੇ ਉਹਨੂੰ ਸਾਫ਼ ਕਰਨ ਵਾਸਤੇ ਇੱਕੋ ਹੀ ਤਰੀਕਾ ਕਿ ਨਾਮ ਹੀ ਸਾਫ਼ ਕਰ ਸਕਦਾ। ਤੋ ਨਾਮ ਨਾਲ ਜੁੜ ਕੇ, ਜਾਂ ਨਾਮ ਦਾ ਚੋਲਾ ਪਾ ਕੇ ਹੀ ਅਸੀਂ ਨਾਮ ਨਾਲ ਜਿਹੜੇ ਰੰਗੇ ਜਾਂਦੇ ਹਾਂ,
ਫਿਰ ਜਾ ਕੇ ਮਨ ਦੀ ਪੱਟੀ ਸਾਫ਼ ਕਰਨ ਦੇ ਵਿੱਚ ਅਸੀਂ ਕਾਬਲ ਹੋ ਸਕਦੇ ਹਾਂ। ਅਦਰਵਾਈਜ਼ ਨਹੀਂ ਹੁੰਦਾ, ਮਨ ਉੱਥੇ ਦਾ ਉੱਥੇ ਖੜਾ ਰਹਿੰਦਾ ਤੇ ਨਾ ਉਹ ਸਾਫ਼ ਹੁੰਦਾ। ਤੋ ਇਸੇ ਕਰਕੇ ਫਿਰ ਅਸੀਂ ਕਾਲ 'ਚ ਰਹਿੰਦੇ ਹਾਂ ਤੇ ਨਾਲ ਦੀ ਨਾਲ ਫਿਰ ਜਿਵੇਂ ਜਿਵੇਂ ਮਨ ਦੀ ਪੱਟੀ ਸਾਫ਼ ਹੋਣੀ ਸ਼ੁਰੂ ਹੋ ਜਾਂਦੀ ਹੈ, ਮਨ ਟਰਾਂਸਪੇਰੈਂਟ ਹੋਣਾ ਸ਼ੁਰੂ ਹੋ ਜਾਂਦਾ। ਔਰ ਟਰਾਂਸਪੇਰੈਂਟ ਮਨ ਨਾਲ ਜਿਹੜੀ ਮਨ ਦੀ ਜਿਹੜੀ ਟਰਾਂਸਲੂਸੈਂਸੀ ਹੈ, ਓਪੇਕਪਨ ਹੈ, ਉਹ ਖਤਮ ਹੁੰਦਾ ਜਾਂਦਾ। ਮਨ ਫਿਰ ਬਿਲਕੁਲ ਆਤਮਾ ਵਾਂਗੂ ਸਾਫ਼ ਹੋ ਜਾਂਦਾ, ਸੁਥਰਾ ਹੋ ਜਾਂਦਾ, ਕਲੀਨ ਹੋ ਜਾਂਦਾ। ਉਸੇ ਅਵਸਥਾ ਨੂੰ ਫਿਰ ਅਸੀਂ ਪਿਓਰ ਅਵਸਥਾ ਕਹਿੰਦੇ ਹਾਂ, ਉਸੇ ਅਵਸਥਾ ਨੂੰ ਅਸੀਂ ਖਾਲਸਾ ਅਵਸਥਾ ਕਹਿੰਦੇ ਹਾਂ। ਤੋ ਇਹਨਾਂ ਗੱਲਾਂ ਨਾਲ ਮਨ ਨੂੰ ਅਸੀਂ ਨਾਮ ਨਾਲ ਹੀ ਸਾਫ਼ ਕਰ ਸਕਦੇ ਹਾਂ। ਜਿਵੇਂ ਜਿਵੇਂ ਨਾਮ ਸਾਫ਼ ਹੋਈ ਜਾਂਦਾ, ਉਵੇਂ ਉਵੇਂ ਸਾਡੀ ਜਿਹੜੀ ਦਿਵ ਦ੍ਰਿਸ਼ਟੀ ਵੱਧਦੀ ਜਾਂਦੀ ਹੈ, ਸਾਡੇ ਅੰਦਰ ਨਾਮ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ, ਸਾਡੇ ਅੰਦਰ ਸਤਿਗੁਰੂ ਪ੍ਰਗਟ ਹੁੰਦਾ। ਔਰ ਸਤਿਗੁਰੂ ਪ੍ਰਗਟ ਹੋਣ ਦੇ ਨਾਲ ਫਿਰ ਅਸੀਂ ਅਡੋਲ ਅਵਸਥਾ ਸੱਤ ਦੀ ਜਾ ਕੇ ਪਾ ਸਕਦੇ ਹਾਂ, ਜਿੰਦੇ ਬਾਰੇ ਕਿਹਾ ਗਿਆ ਥਾਲ ਵਿੱਚ 3 ਵਸਤੂ ਪਈਆਂ, ਸਤ ਸੰਤੋਖ ਵਿਚਾਰ। ਉਸ ਅਵਸਥਾ ਤੇ ਜਾ ਕੇ ਫਿਰ ਅੰਮ੍ਰਿਤ ਰਸ ਦਾ ਵੀ ਸਾਨੂੰ ਉਹਦੇ ਵਿੱਚੋਂ ਹੀ ਪ੍ਰਾਪਤੀ ਹੁੰਦੀ ਹੈ। ਤੇ ਅੰਮ੍ਰਿਤ ਰਸ ਪਾ ਕੇ ਪਹਿਲਾਂ ਤਾਂ ਅਸੀਂ ਅੰਡਰਸਟੈਂਡ ਕਰਦੇ ਹਾਂ, ਫਿਰ ਉਸ ਨੂੰ ਉਹਦਾ ਬੋਧ ਹੁੰਦਾ, ਜਿਹਨੂੰ ਕਹਿੰਦੇ ਆ ਪੜ੍ਹੀਏ ਨਾ ਹੀ ਬਾਣੀ, ਪੜ੍ਹੀਏ ਨਾ ਹੀ ਬੂਝੀਏ ਭੇਦ ਪਾਉਣਾ। ਬੂਝਣੇ ਦਾ ਮਤਲਬ ਹੁੰਦਾ ਕਿ ਅਸੀਂ ਉਸ ਨੂੰ ਬੋਧ ਕਰਨਾ ਸ਼ੁਰੂ ਕਰ ਦਿੰਦੇ ਹਾਂ, ਸਾਡਾ ਅਨੁਭਵ ਆਉਣਾ ਸ਼ੁਰੂ ਹੋ ਜਾਂਦਾ। ਔਰ ਫਿਰ ਜਿਹੜੀ ਚੌਥੀ ਸਟੇਜ ਆ ਉਹ ਇਹ ਹੈ ਕਿ ਸੱਤ ਆਉਣ ਤੋਂ ਬਾਅਦ ਸੰਤੋਖ ਆ ਜਾਂਦਾ। ਸੰਤੋਖ ਦਾ ਜਦੋਂ ਫਿਰ ਅਸੀਂ ਸੱਤ ਦਾ ਸੰਤੋਖ ਦਾ ਵਿਚਾਰ ਕਰਦੇ ਹਾਂ, ਫਿਰ ਅੰਮ੍ਰਿਤ ਰਸ ਸਾਡੇ ਅੰਦਰ ਪੈਦਾ ਹੁੰਦਾ, ਜਿਹਨੂੰ ਅਸੀਂ ਇਮੋਰਟਲ ਲਾਈਫ ਕਹਿੰਦੇ ਹਾਂ। ਉਹ ਜਿਹੜੀ ਚਾਰੇ ਚੀਜ਼ਾਂ ਮਿਲ ਕੇ ਫਿਰ ਜਿਸ ਟਾਈਮ ਅਸੀਂ ਪੁੰਚਦੇ ਹਾਂ ਮਤਲਬ ਹੁੰਦਾ ਅਸੀਮੀਲੇਟ ਕਰਨਾ। ਅਸੀਮੀਲੇਟ ਕਰਨ ਦਾ ਭਾਵ ਇਹ ਹੈਗਾ ਕਿ ਜਿਹੜੀ ਖਾਣਾ ਖਾਂਦੇ ਹਾਂ ਉਹਦਾ ਜਿਹੜਾ ਖੂਨ ਬਣਦਾ, ਤੇ ਖੂਨ ਜਿਹੜਾ ਸਾਡੇ ਸਰੀਰ ਦੇ ਵਿੱਚ ਜਾਂਦਾ ਤੇ ਜਿਗਰ ਵਿੱਚ ਜਾ ਕੇ ਅਲੱਗ-ਅਲੱਗ ਕਿਸਮ ਦੇ ਰਸਾਇਣ ਤੇ ਅਲੱਗ-ਅਲੱਗ ਕਿਸਮ ਦੀ ਪ੍ਰੋਟੀਨ ਬਣਦੀ ਹੈ, ਜਿਹੜੀ ਬਾਡੀ ਵਿੱਚ ਕੰਮ ਆਉਂਦੀ ਹੈ। ਤੇ ਇਸੇ ਤਰ੍ਹਾਂ ਜਿਸ ਟਾਈਮ ਅਸੀਂ ਸਤ ਸੰਤੋਖ ਵਿਚਾਰ ਔਰ ਅੰਮ੍ਰਿਤ ਰਸ ਦਾ ਆਪਣੇ ਜੀਵਨ ਵਿੱਚ ਧਾਰਨ ਕਰਦੇ ਹਾਂ, ਫਿਰ ਸਾਡੇ ਅੰਦਰ ਵੀ ਵਾਹਿਗੁਰੂ ਪ੍ਰਗਟ ਹੁੰਦਾ। ਉਸ ਨੂੰ ਅਸੀਂ ਕਹਿੰਦੇ ਹਾਂ ਕਿ ਪਾਰ ਬ੍ਰਹਮ ਪਰਮੇਸ਼ਵਰ ਦੇ ਵੀ ਸਾਨੂੰ ਦਰਸ਼ਨ ਹੁੰਦੇ ਨੇ। ਤਾਂ ਇਹਨਾਂ ਗੱਲਾਂ ਨਾਲ ਮੈਂ ਇਹੀ ਉਮੀਦ ਰੱਖਦਾ ਹਾਂ ਕਿ ਇੱਕ ਵੀ ਬੰਦੇ ਨੂੰ ਅਗਰ ਇਹ ਗੱਲਾਂ ਫੀਲ ਹੋਣੀਆਂ ਸ਼ੁਰੂ ਹੋ ਗਈਆਂ, ਅਨੁਭਵ ਹੋਣੀਆਂ ਸ਼ੁਰੂ ਹੋ ਗਈਆਂ, ਤਾਂ ਉਹਦਾ ਪਾਰ ਉਤਾਰਾ ਹੋਣਾ ਲਾਜ਼ਮੀ ਹੋ ਜਾਏਗਾ। ਉਸ ਦਾ ਭਵ ਸਾਗਰ ਪਾਰ ਵੀ ਹੋ ਜਾਏਗਾ, ਉਹਦੀ ਜਿਹੜੀ ਵੀ ਮੁਕਤੀ ਵੀ ਪੋਸੀਬਲ ਹੈਗਾ। ਔਰ ਉਹ ਆਪਣੇ ਜ਼ਿੰਦਗੀ ਦੇ ਵਿੱਚ ਜਿਹੜੀ ਯਾਤਰਾ, ਜਿਹੜੀ ਮੈਂ ਤੁਹਾਨੂੰ ਯਾਤਰਾ ਦਾ ਥੋੜ੍ਹਾ ਜਿਹਾ ਵਰਣਨ ਕੀਤਾ, ਇਸ ਯਾਤਰਾ ਦੇ ਵਿੱਚ ਪਰਫੈਕਟ ਵੀ ਹੋ ਕੇ ਇਸ ਦੁਨੀਆ ਤੋਂ ਜਾਏਗਾ। ਔਰ ਜਿਵੇਂ ਜਿਵੇਂ ਪਰਫੈਕਟ ਹੋ ਕੇ ਜਾਏਗਾ ਔਰ ਆਪਣੇ ਇਹ ਸਰੀਰ ਛੱਡਣ ਤੋਂ ਬਾਅਦ ਪਰਮਾਤਮਾ ਤਾਂ ਫਿਰ ਜੱਫੀ ਪਾਉਣ ਨੂੰ ਤਿਆਰ ਬੈਠਾ ਹੈ। ਵਾਹਿਗੁਰੂ ਉਹਨੂੰ ਆਪਣਾ ਰੂਪ ਬਣਾ ਕੇ ਆਪਣੇ ਸਿਆਸਨ ਤੇ ਬਿਠਾ ਕੇ ਉਹ ਉੱਥੇ ਬਿਠਾਏਗਾ ਔਰ ਸਾਰੀ ਦੀ ਸਾਰੀ ਸ਼ਕਤੀ ਜਿਹੜੀ ਪਰਮਾਤਮਾ ਦੀ ਉਸ ਜੀਵ ਨੂੰ ਦੇਣ ਨੂੰ ਤਿਆਰ ਹੈ। ਔਰ ਇਹ ਜਿਹੜਾ ਮੈਂ ਤੁਹਾਨੂੰ ਅਨੁਭਵ ਦੀ ਗੱਲ ਕਰ ਰਿਹਾ, ਇਹ ਜਿੰਦੇ ਜੀ ਹੀ ਉਸ ਜੀਵ ਨੂੰ ਪ੍ਰਾਪਤ ਹੋ ਜਾਂਦਾ। ਔਰ ਮਰਨ ਤੋਂ ਬਾਅਦ ਤਾਂ ਫਿਰ ਉਹਦੀ ਪੱਕੀ ਜਿਹੜੀ ਹੈਗੀ ਹੈ, ਪੱਕਾ ਪਦ ਉਹਨੂੰ ਮਿਲਦਾ ਔਰ ਫਿਰ ਸਦਾ ਹੀ ਉਸ ਅਵਸਥਾ ਤੇ ਰਹਿੰਦਾ ਹੈਗਾ। ਤੋ ਇਹਨਾਂ ਗੱਲਾਂ ਨਾਲ ਮੈਂ ਆਪਣੀ ਗੱਲ ਨੂੰ ਵਿਰਾਮ ਦਿੰਦਾ। ਬੋਲੇ ਸੋਨੇਹਾਲ।